ਹਾਂਜੀ ਵੀਰ ਜੀ, ਬਹੁਤ ਵਧੀਆ। ਗੁਰੂ ਗੁਰੂ ਅੱਜ ਆਪਾਂ ਸੋਠ ਰਾਗ ਦੇ ਵਿੱਚ ਪੰਜਵੀਂ ਪਾਤਸ਼ਾਹੀ ਦੇ ਜਿਹੜੇ ਸ਼ਬਦ ਹੈਗੇ, ਦੂਸਰੀ ਲੜੀ ਸ਼ੁਰੂ ਹੋਈ ਆ, ਉਹਦੇ ਵਿੱਚ ਤੀਸਰਾ ਸ਼ਬਦ ਲੈ ਰਹੇ ਹਾਂ। ਪਹਿਲਾਂ 11 ਦੀ ਸੀਗੀ ਲੜੀ, 11 ਸ਼ਬਦਾਂ ਦੀ। ਹੁਣ ਜਿਹੜੀ ਹੈਗੀ 17 ਦੀ ਲੜੀ ਹੈ। 17 ਦਾ ਇੱਕ ਸਬਜੈਕਟ ਹੈ, ਇੱਕ ਪੂਰਾ ਦਾ ਪੂਰਾ ਗਿਆਨ ਹੈ। ਇੱਕ ਤੋਂ ਦੂਸਰਾ ਲਿੰਕ ਹੈਗੀ ਹਰੇਕ ਦੇ। ਇਹ ਗਿਆਨ ਜਿਹੜਾ ਹੈਗਾ, ਇਹ ਬ੍ਰਹਮ ਗਿਆਨ, ਇਹਦੀ ਉਚਾਈ ਆਪਾਂ ਨਹੀਂ ਛੂ ਸਕਦੇ। ਇਹ ਬਹੁਤ, ਇਹ ਕਿਸ ਤਰ੍ਹਾਂ ਸ਼ਬਦ ਇੱਕ ਦੇ ਬਾਅਦ ਇੱਕ ਆ ਰਹੇ, ਕਿਉਂ ਇਸ ਤਰ੍ਹਾਂ ਬਾਅਦ ਆਹ ਸ਼ਬਦ ਆਇਆ, ਇਹ ਤਾਂ ਭਾਈ ਇਹਦੀ ਤਾਂ ਮਾੜਾ ਜਿਹਾ ਕਿਣਕਾ ਹੀ ਪਤਾ ਲੱਗਦਾ ਹੈ ਅਤੇ ਹੈਰਾਨ ਹੋ ਜਾਈਦਾ ਮਹਾਰਾਜ ਦੇ ਉੱਤੇ, ਬਈ ਇਹ ਜਿਹੜੀ ਹੈਗੀ ਆ, ਇਹ ਦਾਤ ਇੰਨੀ ਜਿਹੜੀ ਹੈਗੀ ਆ, ਇਹਦੀ ਕੀਮਤ ਆਪਾਂ ਅੰਦਾਜ਼ਾ ਹੀ ਨਹੀਂ ਲਗਾ ਸਕਦੇ ਇਸ ਚੀਜ਼ 'ਤੇ। ਸੋਠ ਮਹੱਲਾ ਪੰਜਵਾਂ। ਜਿਨਾ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਿਆ। ਆਹ ਦੇਖ ਲਓ, ਹੁਣ ਇਹ ਜਿਹੜਾ ਹੈਗਾ ਸ਼ਬਦ ਸ਼ੁਰੂ ਇੱਥੋਂ ਹੁੰਦਾ ਹੈ। ਸਹਿਜ ਸੈਨ ਔਰ ਸੁਖ ਮਨ ਨਾਰੀ ਊਂਦ ਕਬਲ ਬਿਗਸਇਆ। ਆਓ ਜੀ ਅਵਤਾਰ ਸਿੰਘ ਜੀ, ਵੈਲਕਮ। ਸਹਿਜ ਸੈਨ ਔਰ ਸੁਖਮਨ ਨਾਰੀ ਊਂਦ ਕਮਲ ਬਿਗਸਇਆ। ਅਸੀਂ 512 ਅੰਗ ਦੇ ਉੱਤੇ ਹੈ, 612 ਅੰਗ, ਮਾफ़ ਕਰਨਾ ਜੀ। ਪੰਜਵੀਂ ਪਾਤਸ਼ਾਹੀ ਦਾ ਸ਼ਬਦ ਲੈ ਰਹੇ, ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਿਆ। ਹੁਣ ਜੇ ਤੁਸੀਂ ਨਹੀਂ ਕੱਢ ਸਕਦੇ ਤਾਂ ਬਾਅਦ ਵਿੱਚ ਮੈਂ ਦੱਸ ਦੂੰਗਾ ਤੁਹਾਨੂੰ ਕਿਸ ਤਰ੍ਹਾਂ ਸ਼ਬਦ ਵੀ ਨਾਲ ਨਾਲ ਰੱਖ ਕੇ ਆਪਾਂ ਨੇ ਇਹ ਗਿਆਨ ਲੈਣਾ ਹੈ। ਸਾਨੂੰ ਲੈਟਰ ਅੱਖਰ ਦੱਸ ਦਿਓ ਇੱਕ ਵਾਰ ਵੀਰ ਜੀ। ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ, ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ, ਜੱਜਾ ਬੱਬਾ ਕੱਕਾ ਤੇ ਬੱਬਾ। ਜੀ, ਕੱਕਾ ਤਾਂ ਬੱਬਾ। ਹਾਂਜੀ ਹਾਂਜੀ, ਅੱਛਾ, ਹਾਂਜੀ। ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ, जिना बात को बहुत अंदेसरो ते मिटे सब गया। सहज सैन और सुख मन नारी ऊंद कमल बिगसया। देखो आचर्च भया, जे ठाकुर को सुनत अगाध बोध, सो हृदय गुरे दया रहाओ। पर थल्ले वाली लाइन पहला लवांगे। देखो देखो अचर्च भया, जे ठाकुर को सुनत अगाध बोध, सो हृदय गुरे दया। कहते आश्चर्य हो गया मालका, आश्चर्य हो गया, आश्चर्य हो गया। देखो दुनिया वाले, आश्चर्य हो गया। की हो गया? वो जिहड़ा मालक गलैक्सियां बनाउण वाला, गलैक्सियां घुमाउण वाला, सूरज चंद तारे जिहदे हुक्म दे विच खड़े है, देखो कदों दे गति करी जा रहे हैं, कोई ਸੈਕਿੰਡ ਦਾ ਵੀ ਅੰਤਰ ਨਹੀਂ ਪੈਂਦਾ। ਕਹਿੰਦੇ ਉਹ ਜਿਹੜਾ ਹੈਗਾ, ਉਹ ਮਾਲਕ ਪਰਮਾਤਮਾ, ਸੋ ਹਿਰਦੈ ਗੁਰੇ ਦਇਆ। ਮਾਲਕ ਪਰਮਾਤਮਾ, ਗੁਰੂ ਨੇ ਮੈਨੂੰ ਮੇਰੇ ਹਿਰਦੇ 'ਚ ਪ੍ਰਗਟ ਹੋ ਗਿਆ ਉਹ ਮਾਲਕ ਪਰਮਾਤਮਾ। ਸੁਖਜੀਤ ਜੀ, ਬਹੁਤ 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 ਮੁਬਾਰਕ ਹੈ ਜੀ, ਤੁਸੀਂ ਆਏ। ਧੰਨਵਾਦ ਜੀ ਬਾਬਾ ਜੀ। ਹਾਂਜੀ, 612 ਅੰਗ ਦੇ ਉੱਤੇ ਹੈਗੇ ਆ। ਠੀਕ ਹੈ। ਹਾਂਜੀ। जिन्हा बात को बहुत अंदेसरो, सोठ महला पंजवा। जिन्हा बात को बहुत अंदेसरो ते मिटे सब गया। सहज सैन और सुख मन नारी ऊंद कमल बिगसाया। देखो देखो आचर्च भया, जेह ठाकुर को सुनत अगाध बोध, सो हृदय गुर दया रहो। ਕਹਿੰਦੇ ਹੈਰਾਨੀ ਹੋ ਗਈ। ਉਹ ਮਾਲਕ ਪਰਮਾਤਮਾ, ਦੁਨੀਆ ਨੂੰ ਬਣਾਉਣ ਵਾਲਾ, ਦੁਨੀਆ ਨੂੰ ਚਲਾਉਣ ਵਾਲਾ, ਮੇਰੇ ਹਿਰਦੇ ਦੇ ਵਿੱਚ ਪ੍ਰਗਟ ਹੋ ਗਿਆ। ਗੁਰੂ ਨੇ ਮੇਰੇ ਹਿਰਦੇ ਦੇ ਵਿੱਚ ਪ੍ਰਗਟ ਕਰਤਾ ਉਹ ਮਾਲਕ ਪਰਮਾਤਮਾ ਨੂੰ। ਉਹ ਦੁਨੀਆ ਵਾਲਿਓ ਆਸ਼ਚਰਜ ਹੋ ਗਿਆ, ਓਏ ਆਸ਼ਚਰਜ ਹੋ ਗਏ। देखो आचर्च भया,
ਇਹਦੇ ਵਾਸਤੇ ਭਗਤੀ ਕਰਨੀ ਆ ਭਾਈ, ਇਹਦੇ ਵਾਸਤੇ ਭਗਤੀ ਕਰਨੀ। देखो आचर्य भया, जय ठाकुर को सुनत अगाध बोध, सो हृदय गुर दया। गुरु ने मेरे हिरदे च प्रगट कर दिता। गुरु ये अखर जिहड़े हैगे पाई मर मिटिए इस ते। आओ जी जसमीत तुली जी, बहुत बहुत मुबारकां, वैलकम। ਅਸੀਂ 612 अंग ਦੇ ਉੱਤੇ ਗਿਆਨ ਲੈ ਰਹੇ ਹਾਂ। ਪੰਜਵੀਂ ਪਾਤਸ਼ਾਹੀ ਦਾ ਗਿਆਨ ਹੈਗਾ। महाराज कहते हैं कि मेरा ऐसा आश्चर्य हो गया, हे अभ्यासियों, हे ज्ञान लैन वालियो, देखो इस तरह हो गया मेरे अंदर। वो मालक परमात्मा जे ठाकुर को सुनत अगाध बोध, कहते ਉਹਦਾ अगाध है, ਉਹਦਾ बोध ही नहीं पाया जा सकता। वो मालक परमात्मा ਦਾ अगाध बोध, वो मालक परमात्मा, ਉਹਦਾ ਤਾਂ अंत ही नहीं है। बेअंता बेअंत गुण तेरे। देखो एक ਧਰਤੀ ਬਣਾਉਣ ਵਾਲਾ, ਸਾਰੇ ਕਿੰਨੇ ਪਲੈਨਟ ਹੈਗੇ, ਇੱਕ ਬ੍ਰਹਮੰਡ। ਉਹ ਪਿਛਲੇ ਸ਼ਬਦ ਦੇ ਵਿੱਚ ਆਇਆ ਸੀ, ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ। ਕਰੋੜਾਂ ਬ੍ਰਹਮੰਡ ਬਣਾਉਣ ਵਾਲਾ ਉਹ ਮਾਲਕ ਪਰਮਾਤਮਾ, ਸੋ ਹਿਰਦੈ ਗੁਰ ਦਇਆ। ਮੇਰੇ ਗੁਰੂ ਨੇ ਮੇਰੇ ਹਿਰਦੇ ਦੇ ਵਿੱਚ ਪ੍ਰਗਟ ਕਰ ਦਿੱਤਾ। ਕਮਾਲ ਆ ਗੁਰੂ, ਕਮਾਲ ਆ ਗੁਰੂ। ਨਾ ਹੁੰਦਾ ਇਹ ਗੁਰੂ, ਨਾ ਹੁੰਦੀ ਇਹ ਡਾਇਰੈਕਸ਼ਨ, ਨਾ ਹੁੰਦਾ ਇਹ GPS, ਨਾ ਹੁੰਦਾ ਇਹ ਬ੍ਰਹਮ ਗਿਆਨ, ਤੇ ਮੈਂ ਕੀ ਕਰਨਾ ਸੀ। रहाओ। देखो आचर्य भया, जे ठाकुर को सुनत अगाध बोध, सो हृदय गुरे दया। रहाओ। ਇਸ ਚੀਜ਼ ਦੇ ਵਾਸਤੇ ਆਪਾਂ ਜਿਹੜੇ ਹੈਗੇ ਆਪਣੇ ਵਿਚਾਰ ਨਹੀਂ ਛੱਡ ਸਕਦੇ। ਆਪਣੇ ਦੁਨੀਆ ਦੇ ਨਾਲ ਜਿਹੜੇ ਹੈਗੇ, ਦੁਨੀਆ ਦੇ ਨਾਲ ਜਿਹੜੀ ਖਹਿਬਾਜੀ, ਦੁਨੀਆ ਦੀਆਂ ਗੱਲਾਂ, ਦੁਨੀਆ ਦੀਆਂ ਬਸ ਆ ਕਹਿੰਦੇ ਆ ਨਹੀਂ ਚਾਹੀਦਾ ਸਾਨੂੰ, ਉਹ ਚਾਹੀਦਾ। ਬਹੁਤ ਬਹੁਤ ਜਿਹੜਾ ਇੱਕ ਬਹੁਤ ਹੀ ਸਸਤਾ, ਬਹੁਤ ਸਸਤੇ ਦੇ ਵਿੱਚ ਨਿਬੜ ਰਹੇ ਆਪਾਂ। ਕਾਲ ਜਿਹੜਾ ਹੈਗਾ ਬਹੁਤ ਸਸਤੇ 'ਚ ਨਿਬੜ ਰਿਹਾ ਹੈ। ਇੰਨਾ ਸਸਤਾ ਸੌਦਾ, ਇੰਨਾ ਸਸਤਾ ਸੌਦਾ। ਇਹਦੇ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਸਵਾਸ ਮਿਲਿਆ, ਇਹਦੇ ਵਾਸਤੇ ਸਰੀਰ ਮਿਲਿਆ ਆ। ਦੇਖੋ ਅਚਰਜ ਭਇਆ, ਜੈ ਠਾकुर को सुनत अगाध बोध, सो हृदय गुर दया। रहाओ। ਇਹ ਦੇਖੋ ਕਿਸ ਤਰ੍ਹਾਂ ਹੋਣਾ ਹੈ। ਇੱਥੇ ਆਪਾਂ ਰੁਕਾਂਗੇ ਹਾਲੇ। ਇਹ ਜਿਹੜਾ ਹੈਗਾ, ਇਸ ਤੋਂ ਪਹਿਲਾਂ ਜਿਹੜੇ ਸ਼ਬਦ ਸੀਗੇ, ਇਹ ਲੜੀ ਸ਼ੁਰੂ ਹੋਈ ਸੀਗੀ। ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਗੁਰਹਾਈ ਕਿਹਨੂੰ ਕਹਿ ਰਹੇ? ਗੁਰੂ ਨੂੰ, ਬ੍ਰਹਮ ਗਿਆਨੀਆਂ ਨੂੰ, ਬ੍ਰਹਮ ਗਿਆਨ ਨੂੰ। ਕਹਿੰਦੇ ਤੂੰ ਵੀ ਮੇਰਾ ਗੁਰੂ ਭਾਈ ਆ, ਤੂੰ ਵੀ ਐਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਇਸ ਅਵਸਥਾ 'ਤੇ ਪਹੁੰਚਿਆ ਹੈ, ਅਤੇ ਤੂੰ ਮੇਰਾ ਭਰਾ ਹੀ ਆ। ਉਸੇ ਮਾਲਕ ਦਾ ਤੂੰ ਵੀ ਮਾਲਕ ਦਾ ਹੀ ਪੁੱਤ ਹੈਗਾ। ਤੂੰ ਮਾਲਕ ਨੂੰ ਪਾ ਲਿਆ, ਬਸ ਫਰਕ ਤਾਂ ਇੰਨਾ ਹੀ ਆ। ਮੈਂ ਯਾਤਰਾ 'ਤੇ ਹੈਗਾ। ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸੁਣ ਮਿਤਾ ਜਿਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। सुन मीता तूरी को बल जाई, ए मन तेरा भाई रहा। मैं तूड़ तो बलिहार जाना है, तेरी तूड़ तो मैं सब कुछ ਕਰਨ ਨੂੰ ਤਿਆਰ ਹਾਂ ਤੇਰੇ ਅੱਗੇ। ਮੈਨੂੰ ਇੱਕ ਵਾਰੀ ਜਿਹੜਾ ਹੈਗਾ ਮੈਨੂੰ ਮਾਲਕ ਪਰਮਾਤਮਾ ਦੇ ਨਾਲ ਮਿਲਾ ਦੇ, ਦਰਸ਼ਨ ਕਰਾ ਦੇ ਮੇਰੇ। ਇਹ ਮਨ ਤੇਰਾ ਭਾਈ ਰਹਾ। ਪਾਉ ਮਲੋਮਾ ਮਲ ਮਲ ਤੋਮਾ, ਇਹ ਮਨ ਤੈਕੂ ਦੇਸਾਂ। ਮੈਂ ਸਾਰਾ ਕੁਛ ਕਰਾਂ, ਸਾਰਾ ਕੁਛ। ਸੁਣ ਮੀਤਾ ਹੋ ਤੇਰੀ ਸਰਣਾਈ ਆਇਆ, ਪ੍ਰਭ ਮਿਲੋ ਦਿਓ ਉਪਦੇਸਾ। ਮੈਂ ਮਾਲਕ ਨੂੰ ਮਿਲਣਾ ਚਾਹੁੰਦਾ, ਮੈਨੂੰ ਉਪਦੇਸ਼ ਦਿਓ। ਮੈਂ ਕਿਸ ਤਰ੍ਹਾਂ ਇਹ ਮਾਇਆ ਨੂੰ, ਕਿਸ ਤਰ੍ਹਾਂ ਇਹ ਵਿਚਾਰਾਂ ਨੂੰ। ਦੇਖੋ ਆਪਾਂ ਸਮੁੰਦਰ, ਇਹ ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਟਲਾ। ਇਹ ਸੰਸਾਰ ਕੀ ਹੈਗਾ? ਇਹ ਵਿਚਾਰਾਂ ਦਾ ਸਮੁੰਦਰ ਹੈਗਾ ਸੰਸਾਰ। ਇਹ ਪਦਾਰਥ ਆਕਾਰ ਜੋ ਦਿਸ ਰਿਹਾ ਹੈਗਾ, ਮਾਇਆ, ਇਹ ਕੀ ਹੈ? ਮਾਇਆ ਇਹ ਆਪਾਂ ਨੂੰ ਵਿਚਾਰਾਂ ਦੇ ਨਾਲ ਚਿੰਬੜਦੀ ਹੈ। ਅੱਖਾਂ ਖੋਲ੍ਹੀਆਂ, ਬਾਹਰ ਦੁਨੀਆ ਦੇ ਨਾਲ ਚਿੰਬੜ ਗਏ ਆਪਾਂ। ਆਪਣੇ ਕੋਲ ਸੁਰਤ ਹੈਗੀ, ਮਨ ਹੈਗਾ, ਮਨ ਦੇ ਕੋਲ ਸੁਰਤ ਹੈਗੀ। ਅੱਖਾਂ ਬੰਦ ਕੀਤੀਆਂ ਅਤੇ ਆਪਣੇ ਅੰਦਰ ਫਿਰ ਜਿਹੜੀ ਆਤਮਾ ਤੱਕ ਨਹੀਂ ਜਾ ਪਾਉਂਦੇ ਆਪਾਂ, ਕਿਉਂਕਿ ਵਿਚਾਰ ਫਿਰ ਆੜੇ ਆ ਜਾਂਦੇ।
ਵਿਚਾਰਾਂ ਦਾ ਜਿਹੜਾ ਹੈਗਾ ਪੂਰਾ ਦਾ ਪੂਰਾ ਜਿਹੜਾ ਹੈਗਾ ਇੱਕ ਤਾਣਾ ਪੂਰਾ ਦਾ ਪੂਰਾ ਆਪਣੀ ਆਤਮਾ ਔਰ ਆਪਣੇ ਵਿੱਚ ਉਹ ਮਨ ਕਹਿੰਦੇ ਉਹਨੂੰ, ਉਹ ਪੂਰਾ ਦਾ ਪੂਰਾ ਛਾਇਆ ਪਿਆ ਹੈ ਪੂਰਾ ਦਾ ਪੂਰਾ ਫੀਲਡ ਹੈ ਪੂਰੀ। ਸੁਰਤ ਹੈਗੀ ਆਪਣੇ ਕੋਲ। ਇਹ ਸੁਰਤ ਜਿਹੜੀ ਹੈ ਉਸ ਮਨ ਨੂੰ ਵਿੰਧਣਾ ਹੈ। ਸੁਰਤ ਨੇ ਉਹਨੂੰ ਵਿੰਧ ਦੇਣਾ ਹੈ ਮਨ ਨੂੰ, ਕਿ ਮਨ ਬਾਹਰ ਮੁਖੀ ਨਾ ਹੋਏ। ਮਨ ਜਿਹੜਾ ਹੈ ਚਾਰਜ ਹੈ ਮਨ ਕੋਲ, ਆਪਣੇ ਸਰੀਰ ਦਾ ਚਾਰਜ ਹੈ ਇਹਦੇ ਕੋਲ। ਆਪਣਾ ਆਤਮਾ ਵੀ ਇਹਦੇ ਮਗਰ ਲੱਗੀ ਹੋਈ ਹੈ। ਆਤਮਾ ਨੂੰ ਇਹਨੇ ਮਗਰ ਲਾਇਆ ਸਵਾਦਾਂ ਦੇ ਵਿੱਚ, ਰਸਾਂ ਕਸਾਂ ਦੇ ਵਿੱਚ, ਅਤੇ ਆਤਮਾ ਜਿਹੜੀ ਹੈਗੀ ਉਹ ਨਹੀਂ ਨਿਕਲ ਪਾਉਂਦੀ ਇਹਦੇ ਜਾਲ ਤੋਂ। ਇਹਨੇ ਚਾਰਜ ਲਿਆ ਹੋਇਆ ਆਪਣੀ ਜੀਵਨ ਦੀ ਡਰਾਈਵਿੰਗ ਸੀਟ 'ਤੇ ਬੈਠਾ ਹੈ। ਇਹਦੇ ਕੋਲ ਸਟੀਅਰਿੰਗ ਹੈਗਾ, ਸਟੀਅਰਿੰਗ ਲੈਣਾ ਹੈ ਇਹਦੇ ਕੋਲੋਂ, ਇਹਨੂੰ ਇਨਵਰਟ ਕਰਨਾ ਹੈ। ਇਹ ਵਿਚਾਰ ਬੰਦ ਕਰਨੇ ਆ। ਆਹੀ ਗੇਮ ਹੈਗੀ। ਔਰ ਇਹਦੇ ਵਾਸਤੇ ਜਿਹੜਾ ਹੈਗਾ ਅੰਦਰ ਵੜਨਾ ਜ਼ਰੂਰੀ ਹੈਗਾ। ਸਵੇਰੇ ਸ਼ਾਮ ਦੀ ਮੈਡੀਟੇਸ਼ਨ, ਸਵੇਰੇ ਸ਼ਾਮ ਦਾ ਧਿਆਨ ਬਹੁਤ ਜ਼ਰੂਰੀ ਹੈਗਾ। ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ। ਇਹ ਧਿਆਨ ਜਿਹੜਾ ਹੈਗਾ ਇਹ ਆਪਣੇ ਵਿਚਾਰਾਂ ਨੂੰ ਅੱਖਾਂ ਬੰਦ ਕੀਤੀਆਂ ਅਤੇ ਆਪਣੇ ਕੋਲ ਪਟਲ ਹੈਗਾ, ਆਪਣੇ ਕੋਲ ਜਿਹੜਾ ਹੈਗਾ ਉਹ ਪੜਦਾ ਹੈਗਾ ਜਿੱਥੇ ਕਿ ਵਿਚਾਰ ਆਉਂਦੇ ਆ। ਔਰ ਵਿਚਾਰ ਜਿਹੜੇ ਹੈਗੇ ਸਾਰੇ ਆਪਣੇ ਕੋਲ ਜਨਮਾਂ ਦੀ ਫੀਲਡ ਹੈਗੀ ਆ। ਸਤਯੁਗ, ਤ੍ਰੇਤਾ, ਦੁਆਪਰ ਸਾਰੇ ਯੁੱਗ ਆਪਾਂ ਪਾਰ ਕਰਕੇ ਆਏ। ਜਦ ਹੀ ਮਾਲਕ ਨੇ ਦੁਨੀਆ ਬਣਾਈ ਆਪਾਂ ਨੂੰ ਉਦੋਂ ਨਾਲ ਹੀ ਬਣਾਇਆ। ਆਪਾਂ ਜਿਹੜੇ ਹੈਗੇ ਉਦੋਂ ਦੇ ਚੱਲ ਰਹੇ ਹਾਂ। ਔਰ ਜਦ ਤੱਕ ਮਾਲਕ ਦੀ ਗੇਮ ਹੈਗੀ ਤਦ ਤੱਕ ਕੋਈ ਰੋਕ ਨਹੀਂ ਸਕਦਾ ਆਪਾਂ ਨੂੰ ਇਸ ਗਤੀ ਤੋਂ। ਜੇ ਰੁਕਣਾ ਚਾਹੁੰਦੇ ਆ ਤਾਂ ਭਾਈ ਆ ਜੋ ਗੁਰੂ ਕਹਿ ਰਹੇ ਆ, ਇਹ ਅੱਖਰ ਜੋ ਕਹਿ ਰਹੇ ਆ, ਇਹ ਆਪਾਂ ਨੂੰ ਮੰਨਣਾ ਪਊਗਾ, ਕਰਨਾ ਪਊਗਾ। ਨਹੀਂ ਤਾਂ ਐਂਜ਼ਾਈਟੀ ਔਰ ਜਿਹੜਾ ਹੈਗਾ ਤਕਲੀਫ, ਦਰਦ, ਇਹ ਸਾਰਾ ਜਿਹੜਾ ਹੈਗਾ ਆਪਣੇ ਅੰਦਰ ਆਪਣਾ ਰਹਿਣਾ ਹੀ ਰਹਿਣਾ ਹੈ। ਦੁੱਖ ਸੁੱਖ ਦਾ ਜਿਹੜਾ ਹੈਗਾ ਇਹ ਦੁਨੀਆ ਪਦਾਰਥ ਸਵਾਦ ਇਹ ਚੰਗੇ ਲੱਗਦੇ ਆ, ਪਰ ਇਹਨਾਂ ਦੇ ਨਾਲ ਦੁੱਖ ਸੁੱਖ ਜਿੰਨੇ ਸਵਾਦ ਹੈਗੇ ਉਹ ਸਾਰੇ ਦੇ ਸਾਰੇ ਲੀਡ ਕਰਦੇ ਆ ਰੋਗ ਦੇ ਨਾਲ। ਮਨ ਔਰ ਤਨ ਦੋਨਾਂ ਨੂੰ ਰੋਗੀ ਬਣਾ ਦਿੰਦੇ ਆ ਸਵਾਦ। ਅਤੇ ਫਿਰ ਇੱਥੋਂ ਇਸ ਤੋਂ ਅੱਗੇ ਜਿਹੜਾ ਹੈਗਾ ਮਹਾਰਾਜ ਨੇ ਗਿਆਨ ਦਿੱਤਾ, ਮਾਨ ਨਾ ਕੀਜੈ ਸ਼ਰਨ ਪਰੀਚੈ, ਕਰੇ ਸੋ ਭਲਾ ਮਨਾਈਏ। ਸ਼ਰਨ ਪੈਣਾ ਆ। ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀਜੈ, ਇਉਂ ਦਰਸ਼ਨ ਹਰ ਜਿਉ ਪਾਈਏ। ਸਾਰਾ ਕੁਛ ਅਰਪਣ ਕਰਨਾ ਕੀ ਹੈ ਵੀ ਵਿਚਾਰ ਛੱਡਣੇ ਬਸ। ਜਿਉ ਪਿੰਡ ਸਭ ਤਨ ਅਰਪੀਜੈ, ਇਹ ਸਾਰੇ ਦੇ ਸਾਰੇ ਵਿਚਾਰ ਛੱਡ ਕੇ ਆਪਾਂ ਨੇ ਆਪਣਾ ਜਿਹੜਾ ਜੋ ਵਿਚਾਰ ਆਉਂਦੇ ਪਟਲ ਦੇ ਉੱਤੇ ਪਤੰਗਾਂ ਵਾਂਗੂ, ਕਟੀ ਪਤੰਗਾਂ ਵਾਂਗੂ, ਉਹਨਾਂ ਦੇ ਨਾਲ ਆਪਣੀ ਸੁਰਤ ਨਹੀਂ ਜੋੜਨੀ ਬਸ। ਇਹ ਵਿਚਾਰ ਹੌਲੀ ਜਿਹੜਾ ਡੇਲੀ ਇਹੀ ਪ੍ਰੈਕਟਿਸ, ਇਹੀ ਜਿਹੜਾ ਹੈਗਾ, ਇਹੀ ਜਿਹੜੀ ਭਗਤੀ ਹੈਗੀ, ਇਹਦੇ ਨਾਲ ਹੀ ਜਿਹੜੀ ਹੈਗੀ ਆਪਾਂ ਜਿਹੜੇ ਹੈਗੇ ਇਹਦੇ ਨਾਲ ਹੀ ਆਪਾਂ ਜਿਹੜੇ ਹੈਗੇ ਘੜੇ ਜਾਂਦੇ ਹਾਂ। ਸੁਰਤ, ਮਤ, ਮਨ, ਬੁੱਧ, ਇਹ ਜਿਹੜੀਆਂ ਘੜੀਆਂ ਜਾਂਦੀਆਂ। ਜਿਹੜਾ ਵੀ ਇਨਸਾਨ ਜਿਹੜਾ ਹੈਗਾ ਧਿਆਨ ਦੇ ਵਿੱਚ ਬੈਠ ਗਿਆ, ਭਾਵੇਂ 1 ਘੰਟਾ, ਅੱਧਾ ਘੰਟਾ, 15 ਮਿੰਟ, 1 ਮਿੰਟ, 1 ਸੈਕਿੰਡ ਵੀ ਧਿਆਨ ਦੇ ਵਿੱਚ ਬੈਠ ਗਿਆ ਅਤੇ ਉਹ ਇਨਸਾਨ ਵਾਪਸ ਉਹੀ ਇਨਸਾਨ ਨਹੀਂ ਆਏਗਾ, ਉਹ ਬਦਲ ਜਾਏਗਾ ਭਾਈ। ਇੱਕ ਸੈਕਿੰਡ ਵੀ ਜੇ ਧਿਆਨ ਲੱਗ ਗਿਆ, 1 ਸੈਕਿੰਡ ਵੀ ਜੇ ਵਿਚਾਰ ਰੁਕ ਗਏ ਅਤੇ ਆਪਾਂ ਆਪਣੇ ਅੰਦਰੋਂ ਕੋਈ ਨਾ ਕੋਈ ਚੀਜ਼ ਛੱਡ ਜਾਏਗੀ। ਆਹੀ ਹੈਗਾ ਇਹਦੇ ਨਾਲ। ਔਰ ਬਸ ਇਹੀ ਹੈ ਮਾਲਕ ਦੇ ਦਰ 'ਤੇ ਬੈਠਣਾ। ਇਹ ਧਿਆਨ ਲਾਉਣਾ ਮਤਲਬ ਮਾਲਕ ਦੇ ਦਰ 'ਤੇ ਬੈਠਣਾ। ਮੰਗਤੇ ਹਾਂ ਆਪਾਂ ਮਾਲਕ ਦੇ ਦਰ 'ਤੇ, ਦਰ ਖੁੱਲ੍ਹੇਗਾ। ਬੈਠਾਂਗੇ ਅਤੇ ਦਰ ਖੁੱਲ੍ਹੇਗਾ। ਭਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ, ਹਰ ਨਾਮਾ ਹੈ ਮਿੱਠਾ। ਨਾਮ ਜਿਹੜਾ ਹੈਗਾ ਮਿੱਠਾ ਲੱਗਣ ਲੱਗ ਜਾਏਗਾ। ਨਾਮ ਕਿਉਂਕਿ ਨਾਮ ਪਦਾਰਥ ਹੈ। ਨਵਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ। ਇਹਦੇ ਵਾਸਤੇ ਗਤੀ ਕਰਨ ਲੱਗ ਜਾਵਾਂਗੇ ਆਪਾਂ। ਆਇਸ ਦੇ ਵਾਸਤੇ ਨਾ ਆਪਾਂ ਕੀ ਕਰ ਰਹੇ ਹਾਂ, ਦੁਨੀਆ ਦੇ ਵਿੱਚ, ਆਕਾਰ ਦੇ ਵਿੱਚ, ਪਦਾਰਥਾਂ ਦੇ ਵਿੱਚ, ਰਸਾਂ ਕਸਾਂ ਦੇ ਵਿੱਚ, ਸੰਸਾਰ ਦੇ ਵਾਸਤੇ ਗਤੀ ਕਰਦੇ ਹਾਂ, ਮਾਇਆ ਦੇ ਵਾਸਤੇ, ਜੋ ਕਿ ਝੂਠ ਹੈ, ਫੈਬਰੀਕੇਟਡ ਹੈਗੀ। ਔਰ ਫਿਰ ਆਪਾਂ ਜਿਹੜੇ ਨਾਮ ਦੇ ਵਾਸਤੇ ਸਵਾਸ ਲਗਾਵਾਂਗੇ। ਜਨ ਨਾਨਕ ਕੋ ਗੁਰ ਕਿਰਪਾ ਧਾਰੀ, ਸਭ ਅਕੁਲ ਨਿਰੰਜਨ ਡੀਠਾ। ਦੇਖ ਲਓ, ਫਿਰ ਅਕੁਲ ਔਰ ਨਿਰੰਜਨ ਉਹ ਮਾਲਕ ਪਰਮਾਤਮਾ ਪ੍ਰਗਟ ਹੋ ਗਿਆ।
ਗੁਰੂ ਨੇ ਕਿਰਪਾ ਕਰ ਦਿੱਤੀ। ਜਦ ਆਪਾਂ ਜਿਸ ਤਰ੍ਹਾਂ ਵੀ ਜਿੱਥੇ ਵੀ ਲੱਗੇ ਹੋਏ ਆ ਭਾਈ, ਜੇ ਪ੍ਰੋਗਰੈਸ ਨਹੀਂ ਆ ਰਹੀ ਤੇ ਛੱਡ ਦਿਓ। ਜੀਵਨ ਆਪਣਾ ਹੈਗਾ ਭਾਈ, ਉਸ ਸੰਸਥਾ ਦਾ ਨਹੀਂ। ਉਸ ਬ੍ਰਹਮ ਗਿਆਨੀ ਜਿਹੜੇ ਸੋ ਕਾਲਡ ਮਹਾਂਪੁਰਖ ਜਿਹੜੇ ਹੈਗੇ ਉਹਨਾਂ ਦਾ ਕੁਛ ਨਹੀਂ ਜਾਣਾ। ਉਹ ਤਾਂ ਆਪ ਜਿਹੜੇ ਹੈਗੇ ਜੇ ਗਲਤ ਹੈਗੇ ਤੇ ਆਪ ਤਾਂ ਡੁੱਬੇ ਹੀ ਹੈ। ਆਪਾਂ ਨੂੰ ਜ਼ਰੂਰ ਜਿਹੜਾ ਡੈਫੀਨੇਟਲੀ ਮਗਰ ਆਪਾਂ ਲੱਗਾਂਗੇ ਤੇ ਆਪਾਂ ਵੀ ਉਹਨਾਂ ਦੇ ਮਗਰ ਹੀ ਹੈਗੇ। ਆਪਾਂ ਵੀ ਡੁੱਬੇ ਡੁਬਾਏ। ਜੇ ਪ੍ਰੋਗਰੈਸ ਨਹੀਂ ਆ ਰਹੀ, ਇਹ ਪਹਿਲੇ ਦਿਨ ਤੋਂ ਪ੍ਰੋਗਰੈਸ ਆਏਗੀ, ਪਹਿਲੇ ਦਿਨ ਤੋਂ। ਇਹ ਥੋੜੀ ਨਾ ਕਿ ਅੱਜ ਮੀਂਹ ਪਿਆ ਹੈ ਤੇ ਚਿੱਕੜ ਕੱਲ੍ਹ ਨੂੰ ਹੋਊਗਾ। ਪਹਿਲੇ ਦਿਨ ਤੋਂ 8 ਮਾਰਚ ਕਹਿੰਦੇ 9ਵੇਂ ਦਿਨ 'ਚੋਂ ਤੇਰੇ ਅੰਦਰ ਚੇਂਜਸ ਤੈਨੂੰ ਆਪ ਨੂੰ ਮਹਿਸੂਸ ਹੋਣੇ ਚਾਹੀਦੇ। ਇਹੀ ਭਗਤੀ ਹੈਗੀ। ਔਰ ਸਵੇਰੇ ਸ਼ਾਮ ਦਾ ਟਾਈਮ ਬਿਲਕੁਲ ਬਹੁਤ ਹੀ ਜਿਹੜਾ ਹੈਗਾ ਬਿਲਕੁਲ ਵੱਤਰ ਹੁੰਦਾ ਹੈ ਉਸ ਟਾਈਮ। ਰਾਤ ਸੁੱਤੇ ਹੋਏ ਆ, ਸਿਰਫ ਸੁਪਨੇ, ਮਾੜੇ ਮੋਟੇ ਸੁਪਨੇ ਵੀ ਕਦੀ ਆਉਂਦੇ ਆ। ਸ਼ਾਂਤੀ ਹੈ, ਬਿਲਕੁਲ ਵਿਚਾਰ ਬੰਦ ਹੈਗੇ। ਤੇ ਸਵੇਰੇ ਉੱਠਦੇ ਸਾਰ ਆਪਣਾ ਫਟਾਫਟ ਜਿਹੜਾ ਹੈਗਾ ਜਿਸ ਤਰ੍ਹਾਂ ਵੀ ਜੋ ਕਰਨਾ ਹੈ ਕਰਕੇ ਬੈਠ ਜਾਓ। ਔਰ ਸਭ ਤੋਂ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉਠੇ ਅਰ ਨਾਮ ਧਿਆਵੈ। ਧਿਆਨ ਦੇ ਵਿੱਚ ਚਲੇ ਜਾਓ ਭਾਈ। ਧਿਆਨ ਕੀ ਹੈ? ਆਪਣਾ ਬੈਠ ਗਏ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਬਸ ਚਿੱਤ ਨੂੰ ਇਕਾਗਰ ਕਰੋ। ਹਾਂ, ਆਪਣੇ ਅੰਦਰ ਦੇਖੋ ਵਿਚਾਰ ਜਿਹੜਾ ਬਸ ਅੰਦਰ ਜਿਹੜਾ ਹੈਗਾ ਚੁੱਪ ਕਰਕੇ ਵਿਚਾਰ ਨਹੀਂ ਲੈਣੇ। ਬਸ ਵਿਚਾਰ ਆਉਣੇ ਪਤੰਗ ਵਾਂਗੂ, ਉਹਨੂੰ ਦੇਖਣਾ। ਆ ਗਿਆ ਵਿਚਾਰ, ਪਤਾ ਲੱਗ ਗਿਆ, ਛੱਡ ਦਿਓ ਉਹਨੂੰ। ਬਸ ਉਹ ਮਾਲਕ ਵੱਲ ਧਿਆਨ ਕਰ ਲਓ। ਔਰ ਇਹਦੇ ਨਾਲ ਕੀ ਹੋਏਗਾ? ਵਿਚਾਰ ਘਟ ਜਾਣਗੇ ਤੇ ਧੁਨ ਪ੍ਰਗਟ ਹੋ ਜਾਏਗੀ। ਧੁਨ ਮੈਂ ਧਿਆਨ ਮੈਂ ਜਾਣਿਆ। ਉਸ ਧਿਆਨ ਉਹਦੇ ਵਿੱਚ ਫਿਰ ਮਾਲਕ ਪਰਮਾਤਮਾ ਮਿਲਣਾ ਹੈ ਆਪਾਂ ਨੂੰ। ਧੁਨ ਮੈਂ ਧਿਆਨ ਮੈਂ ਜਾਣਿਆ, ਨਾਨਕ ਅਕਥ ਕਹਾਣੀ। ਆਇਆ ਅਕਥ ਕਹਾਣੀ ਬਈ ਬਿਆਨ ਨਹੀਂ ਕੀਤੀ ਜਾ ਸਕਦੀ। ਇਹ ਵੀ ਆਪਾਂ ਲੈ ਲਈਏ। ਇਹ ਧੁਨ ਮੈਂ ਧਿਆਨ ਮੈਂ ਜਾਣਿਆ ਕੀ ਚੀਜ਼ ਹੈਗੀ ਆ। ਪਹਿਲੀ ਪਾਤਸ਼ਾਹੀ ਦਾ ਸ਼ਬਦ ਹੈਗਾ। ਇਸ ਤੋਂ ਬਾਅਦ ਫਿਰ ਵਾਪਸ ਆਪਾਂ ਆਵਾਂਗੇ। ਇਹਦਾ ਅੰਗ ਜਿਹੜਾ ਹੈਗਾ 878 879 ਰਾਮਕਲੀ ਰਾਗ ਦੇ ਵਿੱਚ ਆਏਗਾ। 878 879 78 ਤੇ ਸ਼ੁਰੂ ਹੁੰਦਾ ਸ਼ਬਦ, 79 ਤੱਕ ਜਾਂਦਾ ਹੈ। ਰਾਮਕਲੀ ਮਹੱਲਾ ਪਹਿਲਾ। ਇਹ ਅੱਖਰਾਂ ਤੋਂ ਕੱਢਣਾ ਹੈ। ਧੁਨ ਮੈਂ ਧਿਆਨ ਮੈਂ ਜਾਣਿਆ। ਤੱਦਾ ਮੰਮਾ, ਫਿਰ ਤੱਦਾ, ਫਿਰ ਜੱਜਾ, 4 ਅੱਖਰ ਪਾ ਦਿਓ। ਤੱਦਾ ਮੰਮਾ ਤੱਦਾ। ਇਹ ਸ਼ਬਦ ਹੁੰਦਾ ਹੈ, ਸ਼ੁਰੂ ਹੁੰਦਾ ਹੈ। ਰਾਮਕਲੀ ਮਹੱਲਾ ਪਹਿਲਾ। ਸਾਗਰ ਮੈਂ ਬੂੰਦ ਮੈਂ ਸਾਗਰ, ਕਵਣ ਬੁਝੈ ਬਿਧ ਜਾਣੈ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਸਾਰੇ ਜੀਵ ਜਿਹੜੇ ਹੈਗੇ ਉਹਨਾਂ ਦੇ ਵਿੱਚ ਉਹ ਮਾਲਕ ਪਰਮਾਤਮਾ ਹੀ ਹੈਗੇ। ਉਹ ਬੂੰਦਾਂ ਹੀ ਹੈਗੀਆਂ ਸਾਗਰ ਦੀਆਂ, ਔਰ ਸਾਗਰ ਦੇ ਵਿੱਚ ਹੀ ਹੈਗੀਆਂ। ਰੇਸ਼ਮ ਲਾਲ ਜੀ, ਤੁਹਾਡਾ ਕੈਮਰਾ ਬੰਦ ਕਰ ਦੇਣਾ ਪਲੀਜ਼। ਸਾਗਰ ਮੈਂ ਬੂੰਦ ਮੈਂ ਸਾਗਰ, ਸਾਗਰ ਮੈਂ ਬੂੰਦ ਮੈਂ ਸਾਗਰ, ਕਵਣ ਬੁਝੈ ਬਿਧ ਜਾਣੈ। ਕਹਿੰਦੇ ਕਿਹੜਾ ਬੁਝਦਾ ਇਹਨੂੰ? ਵਿਧੀ ਕਿਹੜਾ ਜਾਣਦਾ ਹੈ? ਇਹ ਸਾਗਰ ਤੇ ਬੂੰਦ ਦੀ, ਉਹ ਮਾਲਕ ਪਰਮਾਤਮਾ ਤੇ ਜੀਵ ਦੀ। ਆਪਣੇ ਔਰ ਮਾਲਕ ਪਰਮਾਤਮਾ ਨੂੰ ਵੀ ਅਸੀਂ ਮਾਲਕ ਦੇ ਵਿੱਚ ਹੀ ਹੈਗੇ ਹਾਂ। ਅਸੀਂ ਕਿਤੇ ਕੋਈ ਯਾਤਰਾ ਕਰਨੀ ਨਹੀਂ ਆ, ਆਪਣੇ ਅੰਦਰ ਹੀ ਵੜਨਾ ਹੈ, ਆਪਣੀ ਆਤਮਾ ਨੂੰ ਹੀ ਦੇਖਣਾ ਹੈ। ਅਸੀਂ ਕਿਹੜਾ ਇਹਦੀ ਵਿਧੀ ਜਾਣਦਾ ਹੈ? ਕੌਣ ਕਹਿ ਰਿਹਾ? ਪਹਿਲੀ ਪਾਤਸ਼ਾਹੀ ਕਹਿ ਰਹੀ ਹੈ, ਪਹਿਲੀ ਪਾਤਸ਼ਾਹੀ ਗਿਆਨ ਦੇ ਰਹੀ ਹੈ। ਸਾਗਰ ਮੈਂ ਬੂੰਦ, ਕਹਿੰਦੇ ਬੂੰਦ ਸਾਗਰ ਦੇ ਵਿੱਚ, ਬੂੰਦ ਸਾਗਰ ਦੇ ਵਿੱਚ, ਬੂੰਦ ਦੇ ਵਿੱਚ ਸਾਗਰ ਹੈਗਾ। ਸਮੁੰਦਰ ਦੇ ਪੂਰੇ ਗੁਣ ਬੂੰਦ ਦੇ ਵਿੱਚ ਹੈਗੇ। ਕਵਣ ਬੁਝੈ ਬਿਧ ਜਾਣੈ, ਉਤਪੁਜ ਚਲ ਤੇ ਆਪ ਕਰ ਚੀਨੈ, ਆਪੇ ਤਤ ਪਛਾਣੈ। ਇਹ ਸਾਰੀ ਗੇਮ ਖੇਡ, ਇਹ 4 ਖਾਣੀਆਂ ਜਿਹੜੀਆਂ ਅੰਡਜ, ਜੇਰਸ, ਸੇਤਜ, ਉਤਪੁਜ, ਇਹ ਕਹਿੰਦੇ ਉਤਪੱਤੀ। ਉਤਪੁਜ ਦਾ ਇੱਥੇ ਮਤਲਬ ਹੈ ਉਤਪੱਤੀ, ਤਮਾਸ਼ਾ।
ਚਲਤ ਤਮਾਸ਼ਾ, ਇਹ ਪੈਦਾਇਸ਼ ਕਰਕੇ ਸਾਰੀ ਖੇਡ, ਸਾਰੀ ਮਾਇਆ ਬਣਾ ਕੇ ਉਤਪੁਤ ਚਲਤ ਆਪ ਕਰ ਚੀਨੇ, ਆਪ ਹੀ ਦੇਖ ਰਿਹਾ ਇਹਨੂੰ, ਆਪੇ ਤੱਤ ਪਛਾਣੇ, ਉਹਨੂੰ ਪਤਾ ਹੈ ਤੱਤ ਕੀ ਹੈ, ਕਿਉਂ ਬਣਾਈ ਹੈ ਗੇਮ, ਇਹਦਾ ਤੱਤ ਵਸਤੂ ਕੀ ਹੈ, ਮਕਸਦ ਕੀ ਹੈਗਾ ਇਹਦਾ, ਕਿਉਂ ਇੰਨੇ ਜਿਹੜੇ ਜੀਵ ਆਪਣੇ ਤੋਂ ਮਾਲਕ ਨੇ ਅਲੱਗ ਕੀਤੇ ਆ। ਆਪਾਂ ਨੂੰ ਲੱਗਦਾ ਅਲੱਗ ਹੈ, ਆਪਾਂ ਮਾਲਕ ਦੇ ਵਿੱਚ ਹੀ। ਇਹ ਸਾਰੀ ਖੇਡ ਕਿਉਂ ਬਣਾਈ, ਮਾਲਕ ਜਾਣਦਾ, ਉਹਦੀ ਮਰਜ਼ੀ ਹੈ ਭਾਈ, ਬਾਦਸ਼ਾਹ ਹੈਗਾ। ਐਸਾ ਗਿਆਨ ਵਿਚਾਰੇ ਕੋਈ ਹੈ, ਕਹਿੰਦੇ ਐਸਾ ਗਿਆਨ, ਆ ਗਿਆਨ ਹੈ, ਆ ਗਿਆਨ ਲਓ। ਕਿੱਥੇ ਸਮਾਂ ਬਰਬਾਦ ਕਰ ਰਹੇ ਹੋ, ਕਿੱਥੇ ਜਿਹੜੇ ਹੈਗੇ ਆਪਾਂ ਨੈਗੇਟਿਵਿਟੀ ਪੋਜ਼ਿਟਿਵਿਟੀ ਔਰ ਦੁਨੀਆ ਦੇ ਵਿੱਚ ਇਹਦਾ ਉਹਦਾ ਉੱਧਰ ਕਾਹਦੇ ਵਾਸਤੇ ਭਾਈ, ਇੱਥੇ ਕਿਉਂ ਨਹੀਂ ਸਮਾਂ ਲਗਾਉਂਦੇ ਆਪਾਂ। ਐਸਾ ਗਿਆਨ ਵਿਚਾਰੇ ਕੋਈ ਤਿਸ ਤੇ ਮੁਕਤ ਪਰਮਗਤ ਹੋਈ, ਕਹਿੰਦੇ ਉਸ ਤੋਂ ਮੁਕਤੀ ਮਿਲਣੀ ਹੈ ਭਾਈ, ਪਰਮਗਤ ਮਿਲਣੀ ਹੈ, ਸਭ ਤੋਂ ਉੱਚੀ ਅਵਸਥਾ ਇੱਥੋਂ ਮਿਲਣੀ, ਮੁਕਤੀ ਹੋ ਜਾਏਗੀ। ਇਹ ਪ੍ਰਕਿਰਤੀ ਦੀ ਕੈਦ 'ਚ ਹਾਂ ਆਪਾਂ ਕੈਦ 'ਚ ਹਾਂ, ਆਪਾਂ ਦੁਨੀਆ ਦੇ ਵਿੱਚ ਇਸ ਤਰ੍ਹਾਂ ਹੀ ਗਤੀ ਕਰਦੇ ਰਵਾਂਗੇ ਭਾਈ, ਜਦ ਤੱਕ ਆ ਗਿਆਨ ਨਹੀਂ ਵਿਚਾਰਦੇ, ਇਹ ਮੁਕਤੀ ਦਾ ਰਸਤਾ ਨਹੀਂ ਫੜਦੇ। ਪਰਮਗਤ ਕੀ ਹੈ, ਵਾਪਸ ਉਹ ਮਾਲਕ ਪਰਮਾਤਮਾ ਦੇ ਨਾਲ, ਬਾਪੂ ਦੀ ਗੋਦੀ 'ਚ ਬੈਠਣਾ, ਬਾਪੂ ਦੇ ਨਾਲ ਇੱਕਮਿਕ। ਐਸਾ ਗਿਆਨ ਵਿਚਾਰੇ ਕੋਈ ਤਿਸ ਤੇ ਮੁਕਤ ਪਰਮਗਤ ਹੋਈ। ਮਾਲਕ ਵੀ ਹੱਸਦਾ ਹੋਣਾ ਹੈ ਬਈ, ਦੇਖੋ ਬਈ ਆਹ ਜਿਹੜੀ ਮਾਇਆ ਮੈਂ ਬਣਾਈ ਹੋਈ ਆ, ਮਾਇਆ ਨੂੰ ਪਸੰਦ ਕਰ ਰਿਹਾ ਹੈ, ਮੈਨੂੰ ਨਹੀਂ ਪਸੰਦ ਕਰ ਰਿਹਾ। ਔਰ ਜੇ ਮੈਨੂੰ ਪਸੰਦ ਕਰ ਲੂਗਾ, ਮੇਰੇ ਕੋਲ ਆ ਜਾਊਗਾ, ਤੇ ਸਾਰੀ ਮਾਇਆ ਇਹਦੀ ਹੋ ਜਾਊਗੀ। ਮਾਇਆ ਨੂੰ ਪਸੰਦ ਕਰ ਰਿਹਾ, ਕਹਿੰਦੇ ਮੈਨੂੰ ਨਹੀਂ ਪਸੰਦ ਕਰ ਰਿਹਾ। ਕਮਾਲ ਹੈ ਇਨਸਾਨ, ਕਮਾਲ ਦਾ ਇਨਸਾਨ ਹੈ। ਮਾਇਆ ਨੂੰ ਬਣਾਉਣ ਵਾਲਾ ਜਿਹੜਾ ਹੈਗਾ ਮਾਲਕ ਹੈਗਾ। ਐਸੀ ਗੇਮ ਹੈ, ਇੰਨੀ ਸਟਰੋਂਗ ਗੇਮ ਹੈ। ਆਇਆ ਭੂਲ ਭੁਲਈਆ, ਐਸਾ ਗਿਆਨ ਵਿਚਾਰੇ ਕੋਈ ਤਿਸ ਤੇ ਮੁਕਤ ਪਰਮਗਤ ਹੋਈ ਰਹਾਓ। ਦਿਨ ਮੇ ਰੈਣ ਮੇ ਦਿਨੀਅਰ, ਹੁਸਨ ਸੀਤ ਬਿਦ ਸੋਈ, ਕਹਿੰਦੇ ਦੇਖ ਦਿਨ ਹੈਗਾ, ਦਿਨ ਕਿੱਥੇ ਚਲੇ ਜਾਂਦਾ ਹੈ, ਰਾਤ ਦੇ ਵਿੱਚ ਸਮਾ ਜਾਂਦਾ ਹੈ। ਰਾਤ ਕਿੱਥੇ ਚਲੀ ਜਾਂਦੀ ਹੈ, ਦਿਨ ਦੇ ਵਿੱਚ ਆ ਜਾਂਦੀ ਹੈ। ਉਹੀ ਸੂਰਜ ਹੈਗਾ, ਦੇਖ ਲਓ ਕਿਸ ਤਰੀਕੇ ਦੇ ਨਾਲ ਇਹ ਧਰਤੀ ਦੀ ਰੋਟੇਸ਼ਨ ਦੇ ਨਾਲ ਦਿਨ ਔਰ ਰਾਤ ਬਣ ਜਾਂਦੇ। ਔਰ ਫਿਰ ਇਹਦੇ ਨਾਲ ਕੀ ਹੁੰਦਾ ਹੈ, ਇਹਦੇ ਨਾਲ ਜਿਹੜਾ ਹੈਗਾ ਠੰਡ ਔਰ ਗਰਮੀ ਵੀ ਹੋ ਜਾਂਦੀ ਹੈ। ਮਾਲਕ ਨੇ ਜਿਹੜਾ ਹੈਗਾ ਇਹ ਮੂਵਮੈਂਟ ਧਰਤੀ ਦੀ ਮੋਸ਼ਨ ਦੇ ਨਾਲ, ਸੂਰਜ ਦੇ ਅਰਾਊਂਡ ਘੁੰਮਦੀ ਹੈ, ਉਹਦੇ ਨਾਲ ਸਾਰੀਆਂ ਰੁੱਤਾਂ ਬਣਾਤੀਆਂ। ਤਾਕੀ ਗਤਮਿਤ ਅਵਰ ਨਾ ਜਾਣੈ, ਗੁਰਬਿਨ ਸਮਝ ਨਾ ਹੋਈ। ਉਸ ਮਾਲਕ ਪਰਮਾਤਮਾ ਦੀ ਉੱਚੀ ਅਵਸਥਾ, ਉਹ ਗਤ ਔਰ ਮਿੱਤ ਤਾਂ ਜਾਣ ਹੀ ਨਹੀਂ ਸਕਦੇ ਆਪਾਂ, ਕਿੰਨਾ ਕੁ ਵੱਡਾ ਹੈ, ਉਹਦੀ ਕੀ ਬਾਉਂਡਰੀ ਹੈ, ਉਹਦੀ ਕੀ ਜਿਹੜੀ ਹੈਗੀ ਪੈਰੀਫਰੀ ਕੀ ਹੈ, ਉਹ ਮਾਲਕ ਪਰਮਾਤਮਾ ਨਾ ਸਵਾਲ ਹੀ ਨਹੀਂ ਪੈਦਾ ਹੁੰਦਾ। ਤਾਕੀ ਗਤਮਿਤ ਅਵਰ ਨਾ ਜਾਣੈ, ਗੁਰਬਿਨ ਸਮਝ ਨਾ ਹੋਈ। ਕੋਈ ਨਹੀਂ ਜਾਣ ਸਕਦਾ ਭਾਈ, ਗੁਰੂ ਤੋਂ ਬਗੈਰ ਸੋਝੀ ਨਹੀਂ ਹੋ ਸਕਦੀ। ਪੁਰਖ ਮੈਂ ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਪੁਰਖ ਦੇ ਵਿੱਚ ਨਾਰ ਹੈਗੀ, ਨਾਰ ਦੇ ਵਿੱਚ ਪੁਰਖ ਹੈਗੇ। ਇਹ ਸਿੰਪਲ ਜਿਹੇ ਜਿਹੜੇ ਹੈਗੇ ਦੇਖ ਲਓ, ਪੁਰਖ ਤੋਂ ਨਾਰ ਪੈਦਾ ਹੁੰਦੀ ਹੈ, ਨਾਰ ਤੋਂ ਪੁਰਖ ਪੈਦਾ ਹੁੰਦਾ ਹੈ। ਪਰ ਜੇ ਇਹਨੂੰ ਥੋੜ੍ਹਾ ਜਿਹਾ ਹੋਰ ਜਿਹੜਾ ਹੈਗਾ ਉਹ ਬੂੰਦ ਸਾਗਰ ਦੇ ਵਿੱਚ ਲਗਾ ਦਈਏ, ਤੇ ਸਾਰੇ ਜਿੰਨੇ ਵੀ ਜੀਵ ਹੈਗੇ ਇਹ ਸਾਰੇ ਦੇ ਸਾਰੇ ਨਾਰ ਹੈਗੇ। ਉਹ ਮਾਲਕ ਪਰਮਾਤਮਾ ਪੁਰਖ ਹੈਗਾ। ਏਕੋ ਪੁਰਖ ਸਬਾਈ ਨਾਰ। ਔਰ ਜਿਹੜਾ ਉਹਦਾ ਧਿਆਨ ਸਿਮਰਨ ਕਰਦਾ ਹੈ ਉਹ ਵੀ ਪੁਰਖ ਹੋ ਜਾਂਦਾ ਹੈ। ਤੁਨ ਮੈਂ ਧਿਆਨ ਮੈਂ ਜਾਣਿਆ। ਪੁਰਖ ਮੈਂ ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਬੁੱਝ ਲਓ ਭਾਈ, ਬ੍ਰਹਮ ਗਿਆਨੀਓ ਬੁੱਝ ਲਓ, ਗਿਆਨ ਲੈਣ ਵਾਲਿਓ ਪੁੱਜ ਲਓ, ਆ ਬ੍ਰਹਮ ਗਿਆਨ ਨੂੰ ਬੁੱਝ ਲਓ। ਤੁਨ ਮੈਂ ਧਿਆਨ ਮੈਂ ਜਾਣਿਆ, ਨਾ ਗੁਰਮੁਖ ਅਕਥ ਕਹਾਣੀ। ਕਹਿੰਦੇ ਧੁਨ ਦੇ ਵਿੱਚ ਧਿਆਨ ਔਰ ਧਿਆਨ ਦੇ ਵਿੱਚ ਮਾਲਕ ਪਰਮਾਤਮਾ ਨੂੰ ਉੱਥੇ ਮਰਜ ਹੋਣਾ ਹੈ, ਉਹ ਵਿਚਾਰ ਮੰਡਲ ਕ੍ਰਾਸ ਕਰਨਾ ਹੈ, ਧਿਆਨ ਦੇ ਵਿੱਚ ਜਾਣਿਆ ਜਾਣਾ ਹੈ ਭਾਈ। ਧੁਨ ਮੈਂ ਧਿਆਨ ਮੈਂ ਜਾਣੇ, ਇਹ ਧੁਨ ਪ੍ਰਗਟ ਕਰਨੀ ਹੈ। ਇਹ ਧੁਨ ਪ੍ਰਗਟ ਹੋਏਗੀ ਜਦ ਆਪਣੇ ਵਿਚਾਰ ਘਟ ਜਾਣਗੇ, ਜਦ ਆਪਣਾ ਪਟਲ ਜਿਹੜਾ ਹੈਗਾ ਕੋਈ ਵਿਚਾਰ ਨਹੀਂ ਆਏਗਾ,
ਜਦ ਜਿਹੜਾ ਹੈਗਾ ਬਿਲਕੁਲ ਨਿਰਵਿਚਾਰ ਹੋਵਾਂਗੇ ਅਤੇ ਉਦੋਂ ਨਿਰਵਿਚਾਰ ਹੋਣੇ ਉਦੋਂ ਜਿਹੜੀ ਧੁਨ ਅੰਦਰ ਆਪਣੇ ਪ੍ਰਗਟ ਹੋ ਜਾਏਗੀ। ਤੇ ਜੀ ਪਟਲ ਕੀ ਹੁੰਦਾ? ਪਟਲ ਦਾ ਪੜਦਾ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਆਪਣਾ ਜਿਹੜਾ ਹੈਗਾ ਚਿੱਤ ਹੈ ਨਾ ਪੜਦਾ, ਜਿੱਥੇ ਵਿਚਾਰ ਆਉਂਦੇ ਆ, ਜਿੱਥੇ ਵਿਚਾਰ ਪ੍ਰਗਟ ਹੁੰਦੇ ਆ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਆਇਆ ਕਹਿੰਦੇ ਭਾਈ ਗੁਰਮੁਖ ਸਿਸਟਮ, ਆਇਆ ਬ੍ਰਹਮ ਗਿਆਨ, ਆਇਆ ਅਕਥ ਨੂੰ ਜਾਣਨ ਵਾਲੀ ਭਾਈ ਅਕਥ ਕਹਾਣੀ। ਇਹ ਬਿਆਨ ਤੋਂ ਬਾਹਰ ਹੈ, ਅੱਖਰਾਂ ਦੇ ਵਿੱਚ ਨਹੀਂ ਆ ਸਕਦੀ ਇਹ ਚੀਜ਼। ਇਹ ਪ੍ਰੈਕਟੀਕਲ ਕਰਨਾ ਪਊਗਾ। ਇਹ ਸਾਰਾ ਪ੍ਰੈਕਟੀਕਲ ਆ। ਪਹਿਲੇ ਦਿਨ ਤੋਂ ਜਿਹੜਾ ਹੈਗਾ ਇਹ ਪ੍ਰੈਕਟੀਕਲ ਕਰਾਂਗੇ ਅਤੇ ਆਪਾਂ ਨੂੰ ਰਿਜ਼ਲਟ ਆਉਣੇ ਸ਼ੁਰੂ ਹੋ ਜਾਣਗੇ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਮਨ ਮੈਂ ਜੋਤ, ਜੋਤ ਮੈਂ ਮਨੁਆ, ਪੰਚ ਮਿਲੇ ਗੁਰ ਭਾਈ। ਕਹਿੰਦੇ ਮਨ ਨੂੰ ਬਿੰਨਣਾ ਪਊਗਾ ਇਹ ਪਤੰਦਰ ਨੂੰ। ਇਹ ਕਿੱਥੇ ਕਿੱਥੇ ਲੈ ਕੇ ਜਾ ਰਿਹਾ, ਕਿੰਨਾ ਕਹਿੰਦੇ ਕਿੰਨੀ ਵਾਰੀ ਮਨੁੱਖ ਜੂਨ ਆਪਣੀ ਇਹਨੇ ਖਰਾਬ ਕੀਤੀ ਹੈ, ਕਿੰਨੀਆਂ ਲੀਹਾਂ ਬਣਾ ਲੀਆਂ, ਕਿੰਨੇ ਸੰਸਕਾਰ ਹੋ ਗਏ। ਕਿਰਤ ਕਰਮ ਕੇ ਵਿਛੜੇ, ਕਿੰਨੇ ਕੁ ਕਰਮ ਆ ਭਾਈ ਵਿਛੜੇ ਹੋਏ ਆ ਆਪਾਂ। ਕਰ ਕਿਰਪਾ ਮੇਲੋ ਰਾਮ। ਆ ਵਾਰੀ ਹੁਣ ਇਸ ਟਾਈਮ ਵਾਰੀ ਆਪਣੇ ਕੋਲ ਆ ਬਸ ਆ। ਔਰ ਇਹਦੇ ਲਈ ਮਹਾਰਾਜ ਨਹੀਂ ਕਹਿੰਦੇ ਕਿ ਮਹਾਰਾਜ ਕਹਿੰਦੇ ਤੈਨੂੰ ਜਿਹੜਾ ਹੈਗਾ ਮੈਂ ਕੁਛ ਨਹੀਂ ਕਹਿ ਰਿਹਾ ਵੀ ਤੂੰ ਜੋ ਖਾ ਰਿਹਾ ਪੀ ਰਿਹਾ ਜੋਗ ਜਿੱਥੇ ਲੱਗਿਆ ਹੋਇਆ ਪਿਆਰਿਆ ਲੱਗਿਆ ਰਹਿ, ਪਰ ਆਪਣੇ ਜਿਹੜੇ ਰੂਟੀਨ ਦੇ ਵਿੱਚ ਆਪਣੇ ਸਕੈਡਿਊਲ ਦੇ ਵਿੱਚ ਆਹ ਵੀ ਕੰਮ ਐਡ ਕਰ ਲਾ। ਇਸ ਸਵੇਰੇ ਸ਼ਾਮ ਦਾ ਜਿਹੜਾ ਧਿਆਨ ਸਿਮਰਨ ਇਹਨੂੰ ਵੀ ਐਡ ਕਰ ਲਾ। ਜੇ ਦਾਰੂ ਪੀ ਰਿਹਾ, ਮੀਟ ਖਾ ਰਿਹਾ, ਹੋਰ ਦੁਨੀਆ ਦੇ ਭੋਗ ਰਿਹਾ, ਇਸ ਨੂੰ ਵੀ ਐਡ ਕਰ ਲਾ ਪਿਆਰਿਆ। ਉਹ ਜਿਹੜਾ ਤੇਰਾ ਛੁੱਟ ਜਾਏਗਾ, ਉਹ ਛੁੱਟ ਜਾਏਗਾ ਮਿੱਤਰਾ, ਛੁੱਟ ਜਾਏਗਾ। ਕਰਕੇ ਤਾਂ ਦੇਖ ਨਾ, ਕਰਕੇ ਤਾਂ ਦੇਖ ਪਲੀਜ਼, ਕਰਕੇ ਦੇਖ। ਆਪਾਂ ਜਿਹੜੇ ਹੈਗੇ ਇਹ ਕਹਿੰਦੇ ਜੀ ਪਹਿਲਾਂ ਜਿਹੜਾ ਹੈਗਾ ਪਹਿਲਾਂ ਜਿਹੜਾ ਹੈਗਾ ਕੇਸ ਰੱਖੋ, ਫਿਰ ਜਿਹੜਾ ਹੈਗਾ ਫਿਰ ਉਹ ਪਤਾ ਨਹੀਂ ਕੀ ਕੁਛ ਕਹਿੰਦੇ ਆ। ਸਿੱਖ ਜਿਹੜੇ ਹੈਗੇ ਘਟੀ ਜਾ ਰਹੇ। ਔਰ ਸਿੱਖ ਕੋਈ ਬਾਹਰ ਹੀ ਦਿਖਦੇ ਸਿੱਖ ਥੋੜ੍ਹੀ ਨਾ ਹੈਗੇ ਭਾਈ। ਆ ਜਿਹੜਾ ਗਿਆਨ ਹੈਗਾ ਇਹਨੂੰ ਕੋਈ ਹਿੰਦੂ ਮੁਸਲਮਾਨ ਜਿਹੜਾ ਸਿੱਖ ਈਸਾਈ ਕੋਈ ਵੀ ਧਿਆਨ ਸਿਮਰਨ ਕਰ ਸਕਦਾ ਹੈ, ਕੋਈ ਵੀ ਕਰ ਸਕਦਾ ਹੈ। ਆਪਾਂ ਨੇ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਇਹਦੇ ਉੱਤੇ ਜਿਹੜਾ ਰੁਮਾਲੇ ਦੇ ਵਿੱਚ ਦੇ ਗਿਆਨ ਨੂੰ ਬਸ ਢੱਕ ਕੇ ਰੱਖ ਦਿੱਤਾ। ਨਾ ਆਪ ਲੈ ਸਕੇ, ਆਪ ਜਿਹੜੇ ਕਰਮ ਕਾਂਡਾਂ 'ਚ ਫਸ ਗਏ, ਔਰ ਦੂਸਰੇ ਜਿਹੜੇ ਹੈਗੇ ਦੁਨੀਆ ਨੂੰ ਲੈਣ ਨਹੀਂ ਦਿੱਤਾ। ਲਓ ਜੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਤੀ, ਆਹ ਕਰਤਾ। ਉਹ ਕੀ ਇਹਦੀ ਗਿਆਨ ਦੀ ਇਹਦੀ ਬੇਅਦਬੀ ਕਰ ਸਕਦਾ ਕੋਈ? ਇਹ ਉਹ ਮਾਲਕ ਪਰਮਾਤਮਾ ਦੇ ਬੋਲ ਜਿਹੜੇ ਹੈਗੇ ਹੈ ਕੋਈ? ਉਹ ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਮਨ ਮੈਂ ਜੋਤ, ਜੋਤ ਮੈਂ ਮਨੁਆ, ਪੰਚ ਮਿਲੇ ਗੁਰ ਭਾਈ। ਵਾਹ ਬਈ ਵਾਹ, ਵਾਹ ਬਈ ਵਾਹ। ਦੇਖ ਲਓ ਕਹਿੰਦੇ ਆ ਧਿਆਨ ਸਿਮਰਨ ਕਰਨ ਲੱਗੇਗਾ ਨਾ, ਇਹ ਪੰਜ ਜਿਹੜੀਆਂ ਤੇਰੀਆਂ ਗਿਆਨ ਇੰਦਰੀਆਂ ਅੱਖਾਂ ਕੰਨ ਨੱਕ ਤੈਨੂੰ ਜੀਭ ਸਵਾਦ ਸਾਰੇ ਜਿਹੜੇ ਘੁਮਾਈ ਫਿਰਦੀਆਂ, ਇਹ ਸਾਰੀਆਂ ਦੀਆਂ ਸਾਰੀਆਂ ਇਹ ਵੀ ਜਿਹੜੀਆਂ ਹੈਗੀਆਂ ਇਹ ਵੀ ਇਕੱਠੀਆਂ ਹੋ ਕੇ ਇਹ ਧਿਆਨ ਦੇ ਇਹਨਾਂ ਨੂੰ ਵੀ ਮਨ ਨੂੰ ਜਿਹੜਾ ਹੈਗਾ ਸਵਾਦ ਆਉਣਾ ਸ਼ੁਰੂ ਹੋ ਜਾਏਗਾ ਅਤੇ ਉਹ ਸ਼ਾਂਤੀ ਉਹਨੂੰ ਉਹਦੇ ਅੰਦਰ ਚੇਂਜ ਮਨ ਜਿਹੜਾ ਹੈਗਾ ਉਹ ਪਤੰਦਰ ਮੰਨ ਜੂਗਾ। ਮਨ ਦੇ ਅਧੀਨ ਆ ਹੈਗੀਆਂ ਇਹ ਵੀ ਗੁਰ ਭਾਈ ਹੋ ਜਾਣਗੀਆਂ ਭਾਈ, ਇਹ ਵੀ ਹੈਲਪ ਕਰਨ ਲੱਗ ਜਾਣਗੀਆਂ। ਮਨ ਮੈਂ ਜੋਤ, ਜੋਤ ਮੈਂ ਮਨੁਆ। ਜਦ ਸੁਰਤ ਮਨ ਦੇ ਵਿੱਚ ਚਲੀ ਗਈ, ਮਨ ਦੇ ਵਿੱਚ ਹੀ ਜੋਤ ਪ੍ਰਗਟ ਹੋ ਜਾਣੀ ਹੈ। ਜੋਤ ਦੇ ਵਿੱਚ ਹੀ ਮਨ ਹੈਗਾ। ਪੰਚ ਮਿਲੇ ਗੁਰ ਭਾਈ, ਨਾਨਕ ਤਿਨ ਕੈ ਸਦ ਬਲਿਹਾਰੀ, ਜਿਨ ਏਕ ਸ਼ਬਦ ਲਿਵ ਲਾਏ। ਦੇਖੋ ਪਹਿਲੀ ਪਾਤਸ਼ਾਹੀ ਕੀ ਕਹਿ ਰਹੇ, ਕਹਿੰਦੇ ਮੈਂ ਐਸੇ ਇਨਸਾਨਾਂ ਤੋਂ ਹਮੇਸ਼ਾ ਵਾਸਤੇ ਬਲਿਹਾਰ ਜਾਣਾ ਹੈ, ਹਮੇਸ਼ਾ ਵਾਸਤੇ ਬਲਿਹਾਰ ਜਾਣਾ ਹੈ, ਜਿਨ੍ਹਾਂ ਨੇ ਇੱਕ ਸ਼ਬਦ ਦੇ ਦੁਆਰਾ ਉਸ ਮਾਲਕ ਪਰਮਾਤਮਾ ਦੇ ਨਾਲ ਲਿਵ ਲਗਾਈ ਹੈ, ਜਿਨ੍ਹਾਂ ਨੇ ਆ ਧਿਆਨ ਸਿਮਰਨ ਕਰਦੇ ਆ, ਜਿਹੜੇ ਇਸ ਤਰ੍ਹਾਂ ਸਵੇਰੇ ਸ਼ਾਮ ਬੈਠਦੇ ਆ, ਜਿਹਦੇ ਆ ਹੈਗੀ ਭਗਤੀ ਪਿਆਰਿਓ। ਬਾਕੀ ਸਾਰਾ ਕੁਛ ਜਿਹੜਾ ਹੈਗਾ ਜੋ ਆਪਾਂ ਗਾ ਰਹੇ, ਸੁਣ ਰਹੇ, ਸੁਣਾ ਰਹੇ ਹਾਂ, ਨਿਤਨੇਮ ਕਰ ਰਹੇ, ਜੋ ਵੀ ਨਹਾ ਰਹੇ, ਧੋ ਰਹੇ, ਤੀਰਥਾਂ 'ਤੇ ਜਾ ਰਹੇ, ਉਹ ਸਾਰਾ ਕੁਛ ਜਿਹੜਾ ਹੈਗਾ
ਉਹ ਸਿਰਫ ਜਿਹੜਾ ਹੈਗਾ ਗਿਆਨ ਹੈਗਾ। ਗਿਆਨ ਵੀ ਜਿਹੜਾ ਹੈਗਾ ਪਤਾ ਨਹੀਂ ਕਰਮ ਕਾਂਡ ਉਹਨਾਂ ਦੇ ਵਿੱਚ ਫਸ ਜਾਂਦੇ ਆਪਾਂ ਜਾ ਕੇ। ਭਗਤੀ ਸ਼ੁਰੂ ਹੀ ਇੱਥੋਂ ਹੁੰਦੀ ਆ। ਸਵੇਰੇ ਸ਼ਾਮ ਜਿਹੜਾ ਹੈਗਾ ਆਪਣੇ ਅੰਦਰ ਵੜੇ, ਆਪਣੇ ਵਿਚਾਰਾਂ ਨੂੰ ਦੇਖੇ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਇੱਥੋਂ ਭਗਤੀ ਸ਼ੁਰੂ ਹੁੰਦੀ। ਸਮਾਂ ਜੀਵਨ ਆਪਣਾ ਹੈਗਾ, ਚਾਂਸ ਆਪਣਾ ਜਾਣਾ ਹੈ, ਕਿਸੇ ਦਾ ਕੁਛ ਨਹੀਂ ਹੋਣਾ। ਇਹ ਗਿਆਨ ਜੋ ਕਹਿ ਰਿਹਾ ਆ, ਇਹ ਗੁਰੂ ਹੈ, ਇਹਨੂੰ ਗੁਰਗੱਦੀ ਮਿਲੀ ਹੋਈ ਹੈ। 10ਵੀਂ ਪਾਤਸ਼ਾਹੀ ਵੀ ਇਸੇ ਨੂੰ ਗੁਰਗੱਦੀ ਦੇ ਕੇ ਗਈ ਹੈ। ਇਹ ਦੇਖ ਲਓ ਕਿੰਨੇ ਬ੍ਰਹਮ ਗਿਆਨੀ ਹੈ, ਕਿੰਨੀ ਘਾਲਣਾ ਹੈਗੀ, ਕਿਸ ਤਰੀਕੇ ਦੇ ਨਾਲ ਇਹ ਗਿਆਨ ਨੂੰ ਜਿਹੜਾ ਹੈਗਾ ਆਪਣੇ ਤੱਕ ਪਹੁੰਚਾਇਆ। ਕਿਉਂਕਿ ਦੁਨੀਆ ਦੇ ਵਿੱਚ ਜਿਹੜਾ ਹੈਗਾ ਅਗਿਆਨਤਾ, ਹਨੇਰਾ ਇੰਨਾ ਵੱਧ ਗਿਆ ਸੀ ਕਿ ਇਹ ਗਿਆਨ ਨੂੰ ਲਿਆਉਣਾ ਲਾਜ਼ਮੀ ਹੋ ਗਿਆ ਸੀ। ਬ੍ਰਹਮ ਗਿਆਨੀ ਲੱਭਦੇ ਨਹੀਂ ਸੀਗੇ, ਗਿਆਨ ਮਿਲਦਾ ਨਹੀਂ ਸੀਗਾ। ਇਹ ਜੋ ਸੁਣਨ ਵਾਲੇ ਸ਼ਬਦ ਦਾ ਭੇਦ ਵੀ ਇੱਥੇ ਹੀ ਖੋਲ ਦੋ। ਅੰਤਰ ਸੁਣਨ ਬਾਹਰ ਸੁਣਨ, ਤ੍ਰਿਭਵਨ ਸੁਣਨ ਸੁਣਨ। ਹਾਂ, ਸੁਣ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਸੁਣ ਹੀ ਹੈਗਾ ਭਾਈ। ਮਾਲਕ ਪਰਮਾਤਮਾ ਸੁਣ ਹੈਗਾ। ਨਹੀਂ, ਮੈਂ ਕਿਹਾ ਉਹ ਸ਼ਬਦ ਲੈ ਲਓ ਰਾਮਕਲੀ ਰਾਗ ਦਾ ਜੇ ਹੋ ਸਕਦਾ। ਹਾਂ ਵੀਰ ਜੀ, ਫਿਰ ਅੱਛਾ ਚਲੋ ਦੇਖ ਲਓ, ਫਿਰ ਲੈ ਲਾਂਗੇ ਆਪਾਂ। ਚਲੋ ਨਹੀਂ ਤਾਂ ਮੈਂ ਕਹਿੰਦਾ ਰਿਲੇਟਡ ਹੈਗਾ ਨਾ ਤਾਂ ਕਰਕੇ। ਚਲੋ ਫਿਰ ਮੈਂ ਕੱਢ ਲਓ ਜੀ ਪਲੀਜ਼। ਇਹਨਾਂ ਦੀ ਗੱਲ ਮੰਨੀਏ ਆਪਾਂ। ਸੰਗਤ ਦੇ ਵਿੱਚ ਮਾਲਕ ਹੀ ਬੋਲਦਾ ਹੈ। ਅੰਤਰ ਸੁਣਨ, ਮੈਂ ਵੀ ਕੱਢ ਲੈਣਾ ਜੀ। ਅੰਤਰ, ਇੱਕ ਸੈਕਿੰਡ, ਸੁਣਨ, ਬਾਹਰ ਸੁਣਨ, ਅੰਤਰ ਸੁਣਨ ਬਾਹਰ। ਵੀਰ ਜੀ, ਹਾਂਜੀ ਜਸਟ 1 ਮਿੰਟ ਲਈ ਮੈਂ ਮਰਜ਼ੀ ਅਰਜ਼ ਕਰੂੰਗਾ। ਬੋਲੋ ਜੀ। ਇਹ ਜਿਹੜੀ ਤੁਸੀਂ ਇਸ ਤਰ੍ਹਾਂ ਗੱਲ ਕਰਦੇ ਹੋ 101% ਮੈਂ ਇਹਦੇ ਨਾਲ ਸਹਿਮਤ ਹਾਂ। ਪਰ ਵਿਡੰਬਨਾ ਇਹ ਹੈਗੀ ਆ ਬਹੁਤ, ਇੱਕ ਤਾਂ ਜਿਹੜਾ ਨਾ ਜੀ ਬੰਦਾ ਜਿਹਨੂੰ ਨਾ ਪਤਾ ਹੋਵੇ, ਅਗਿਆਨੀ ਹੋਵੇ, ਮਤਲਬ ਕੋਈ ਨਹੀਂ ਜ਼ਿਆਦਾ ਨੌਲੇਜ, ਗੁਰੂ ਬਾਬੇ ਦੀ ਬਾਣੀ ਦੇ ਦਰਸ਼ਨ ਨਹੀਂ ਕੀਤੇ, ਇਸ ਤੋਂ ਉਲਟ ਜਿਹੜੇ ਗੁਰਬਾਣੀ ਰੋਜ਼ ਪੜ੍ਹਦੇ ਆ ਔਰ ਪੜ੍ਹੇ ਲਿਖੇ ਹੈਗੇ ਆ ਸਾਡੇ ਮਿੱਤਰ ਨੇ, ਉਹਨਾਂ ਦੇ ਨਾਲ ਵੀ ਵੀਰ ਜੀ ਇਹ ਗੱਲ ਕਰਦੇ ਆ ਵੀ ਸੱਚ ਦੀ ਗੱਲ ਸੁਣੋ। ਉਹ ਕੀ ਹੈਗਾ ਆ, ਜੋ ਲੀਹਾਂ ਬੜੀਆਂ ਜਿਹੜੀਆਂ ਤੁਸੀਂ ਕਹਿੰਦੇ ਨਾ ਜੀ, ਉਹ ਲੀਹਾਂ ਜਿਹੜੇ ਜਿਸ ਤਰ੍ਹਾਂ ਹੁਣ ਰੇਸ਼ਮ ਲਾਲ ਦੇ ਬਜ਼ੁਰਗਾਂ ਨੇ ਜਿਹੜਾ ਦੱਸਿਆ ਆ, ਇਹ ਪਤਾ ਨਹੀਂ ਮਾਲਿਕ ਦੀ ਕਿਰਪਾ ਦੇ ਨਾਲ ਉਹ ਲੀਹਾਂ ਦੇ ਵਿੱਚੋਂ ਕਿੱਦਾਂ ਨਿਕਲ ਗਏ, ਆਹ ਸੰਗਤ ਦੇ ਵਿੱਚ ਆ ਗਏ। ਤੇ ਉਹ ਬੰਦਿਆਂ ਨਾਲ ਜਿਸ ਵੇਲੇ ਵੀਰ ਜੀ ਗੱਲ ਕਰਦਾ ਮੈਂ, ਮੇਰਾ ਪਰਸਨਲ ਤਜਰਬਾ ਹੈਗਾ ਆ, ਉਹ ਲੀਹਾਂ ਦੇ ਵਿੱਚੋਂ ਨਿਕਲਦੇ ਨੀ ਗੇ। ਇਹ ਸਾਖੀਆਂ ਨਾ ਜੀ, ਉਹ ਜਿਸ ਵੇਲੇ ਗੱਲ ਕਰਦੇ ਆ ਕਈ ਸਾਖੀਆਂ ਸੁਣਾਉਂਦੇ ਆ। ਬਿਲਕੁਲ ਪੜ੍ਹੇ ਲਿਖੇ ਬੰਦਿਆਂ ਦੀ ਗੱਲ ਕਰਦਾ ਹੈਗਾ ਆ। ਉਹ ਕਈ ਸਾਖੀਆਂ ਨਾ ਜੀ ਸੁਣਾਉਂਦੇ ਹੈਗੇ ਆ, ਔਰ ਕਈ ਸ਼ਬਦ ਨਾ ਜੀ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਸੁਣਾਉਂਦੇ, ਹਰੇਕ ਤਰ੍ਹਾਂ ਦਾ ਜਿਹੜੀ ਤੁਸੀਂ ਗੱਲ ਕਰੋ ਉਹਦੇ ਨਾਲ ਢੁਕਮਾ ਉਹ ਸ਼ਬਦ ਜਿਹੜਾ ਨਾ ਸੁਣਾ ਦੇਣਗੇ। ਜਿਸ ਵੇਲੇ ਉਹਨਾਂ ਦੇ ਨਾਲ ਆਹ ਗੱਲ ਕਰਦੇ ਹੈਗੇ ਆ, ਇਹ ਪਤਾ ਨਹੀਂ ਮਾਲਕ ਦਾ ਇਹ ਐਸਾ ਹੁਕਮ ਆ ਨਾ ਜੀ, ਮਾਇਆ ਇੰਨੀ ਪ੍ਰਬਲ ਹੈਗੀ ਆ। ਇਹ ਇੱਧਰ ਨੂੰ ਉਹ ਜਿਹੜਾ ਹੈਗਾ ਨਾ ਜੀ, ਜਿੱਦਾਂ ਬ੍ਰੇਨ ਵਾਸ਼ ਹੋਇਆ ਹੁੰਦਾ ਹੈਗਾ ਆ, ਇਹ ਵੀਰ ਜੀ ਏਦਾਂ ਹੀ ਚੱਲਣਾ ਆ। ਮੈਂ ਮੰਨ ਲਈ ਗੱਲ। ਗੁਰੂ ਬਾਬਾ ਹੀ ਕਹਿ ਰਹੇ ਆ ਵੀ ਕਰੋੜਾਂ ਦੇ ਵਿੱਚ ਇੱਕ ਅੱਧਾ ਹੀ ਚੱਲੂਗਾ। ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਇਸ ਕਰਕੇ ਵੀਰ ਜੀ ਮੈਂ ਤੁਹਾਨੂੰ ਨਾ ਬਾਰ-ਬਾਰ ਇਹ ਬੇਨਤੀ ਕਰਦਾ ਹੁੰਦਾ ਵੀ ਕਿਸੇ ਜਾਣੇ ਅਣਜਾਣੇ ਦੇ ਵਿੱਚ ਉਹਨਾਂ ਵੱਲ ਨੂੰ ਮੱਥਾ ਨਾ ਲਾਈਏ, ਜ਼ਿਆਦਾ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਨਾ ਕਰੀਏ। ਸੰਗਤ ਜਿਹੜੀ ਨਾ ਜੀ ਮਾੜੇ ਜਿਹੇ ਇਸ਼ਾਰੇ ਦੇ ਨਾਲ ਹੀ ਸਮਝ ਜਾਂਦੀ ਆ। ਕਿਉਂਕਿ ਤੁਸੀਂ ਮਹਿੰਦਰ ਸਿੰਘ ਜੀ ਆਪਣੇ SDO ਸਾਹਿਬ ਦੀ ਗੱਲ ਸੁਣਾਈ ਸੀ, ਇਹ ਅਦਰਵਾਈਜ਼ ਨਾ ਜੀ ਜਿਹੜਾ ਹੈਗਾ ਉਹ ਇਹਨੂੰ ਨਾ ਜੀ ਅਦਰ ਵੇ ਦੇ ਵਿੱਚ ਲੈ ਲੈਣਗੇ ਕਿ ਇਹ ਜਿਹੜਾ ਹੈਗਾ ਨਾ ਇਹ ਕਿੱਥੋਂ ਆ ਗਏ ਹੈਗੇ ਬੇਅਦਬੀ ਕਰਨ ਵਾਲੇ। ਹੁਣ ਬਹੁਤ ਲਿਮਟਿਡ ਬੰਦੇ ਜਾਣਦੇ ਆ ਕਿ ਸੱਚ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਕਿ ਸੰਗਤ ਦੇ ਸਾਹਮਣੇ ਸਚਾਈ ਆਵੇ। ਉਹ ਨਾ ਜੀ ਕੀ ਹੈਗਾ ਵੀਰ ਜੀ, ਜਿਹੜੀਆਂ ਕਿਤਾਬਾਂ ਬਹੁਤ ਵਧੀਆ ਬੰਦਿਆਂ ਨੇ ਲਿਖੀਆਂ ਆ, ਉਹ ਕਿਤਾਬਾਂ ਨੂੰ ਤਾਂ ਪੜ੍ਹਦੇ ਆ,
ਕਈਆਂ ਨਾਲ ਗੱਲ ਹੋਈ, ਮੈਂ ਕਿਹਾ ਕਿਤਾਬਾਂ ਨੂੰ ਤੁਸੀਂ ਪੜ੍ਹਦੇ ਹੋ, ਇੱਕ ਪਾਸੇ ਗੁਰੂ ਬੋਲ ਰਿਹਾ, ਸਾਖਸ਼ਾਤ ਬੋਲ ਰਹੇ ਆ 36 ਬ੍ਰਹਮ ਗਿਆਨੀ, ਕੀ ਕਿਤਾਬਾਂ ਜਿਹੜੀਆਂ ਲਿਖੀਆਂ ਠੀਕ ਹੈਗੀ ਆ ਇਹ, ਪਰ ਇੱਕ ਪਾਸੇ ਗੁਰੂ ਬਾਬਾ ਸਾਖਸ਼ਾਤ ਬੋਲਦੇ ਆ। ਇੱਕ ਪੇਜ ਰੋਜ਼ ਦਾ, ਇੱਕ ਅੰਗ ਜਿਹੜਾ ਹੈਗਾ ਉਹਦੇ ਦਰਸ਼ਨ ਕਰਕੇ ਵਿਚਾਰ ਕਰਕੇ ਤਾਂ ਦੇਖੋ ਉਹਦੇ ਮੁਤਾਬਿਕ ਚੱਲਣ ਦਾ, ਪਰ ਵੀਰ ਜੀ ਨਹੀਂ ਹੋ ਰਿਹਾ। ਨਹੀਂ ਵੀਰ ਜੀ, ਵਾਦ ਵਿਵਾਦ ਕਾਹੂ ਸਿਓ ਨਾ ਕੀਜਾ। ਹਾਂ ਮੈਂ ਇਸ ਕਰਕੇ ਨਾ ਜੀ, ਹਾਂ ਮੈਂ ਇਸ ਕਰਕੇ ਨਾ ਜੀ ਉਹ ਅੱਜ ਤੁਹਾਨੂੰ ਦੁਬਾਰਾ ਬੇਨਤੀ ਕੀਤੀ ਆ ਵੀ ਉਹ ਜਿਸ ਵੇਲੇ ਨਾ ਜੀ ਇਸ ਤਰ੍ਹਾਂ ਦੀ ਆਉਂਦੀ ਆ, ਦੇਖੋ ਬਾਣੀ ਦੇ ਵਿੱਚ ਨਾ ਜੀ ਇਹ ਗੱਲਾਂ ਜਿਹੜੀਆਂ ਹੈਗੀਆਂ ਨਾ ਜੀ ਆਉਣੀਆਂ ਹੀ ਆਉਣੀਆਂ ਆ ਵੀ ਤੂੰ ਕੱਖ ਜਿਹੜੇ ਹੈਗੇ ਨਾ ਜਿਨ੍ਹਾਂ ਦੇ ਵਿੱਚ ਦਾਣੇ ਹੈ ਨਹੀਂ ਇਹਨੂੰ ਕੁੱਟੀ ਜਾਂਦਾ, ਜਿਹਦੇ ਵਿੱਚ ਦਾਣੇ ਹੈ ਨਹੀਂ ਜੀ, ਉਹ ਜਿਸ ਵੇਲੇ ਨਾ ਜੀ ਉਹ ਸ਼ਬਦ ਆਉਂਦੇ ਹੈਗੇ ਆ, ਤੁਹਾਨੂੰ ਵੀ ਜਿਹੜਾ ਨਾ ਜੀ ਉਹ ਵੀਰ ਰਸ ਆ ਜਾਂਦਾ ਆ, ਜੋਸ਼ ਆ ਜਾਂਦਾ ਆ ਵੀ ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆ ਵੀ ਸੰਗਤ ਨੂੰ ਚੰਗੀ ਤਰ੍ਹਾਂ ਨਾਲ ਸਮਝਾਈਏ, ਪਰ ਉਹ ਜਿਹੜਾ ਹੈਗਾ ਨਾ ਜੀ ਸੰਗਤ ਆਪਣੇ ਮੇਰੇ ਨਾਲੋਂ ਤਾਂ ਬਹੁਤ ਸਿਆਣੇ ਬੰਦੇ ਇੱਕਦਮ ਇਸ਼ਾਰੇ ਦੇ ਨਾਲ ਹੀ ਸਮਝ ਜਾਂਦੇ ਆ ਵੀ ਵੀਰ ਜੀ ਕੀ ਕਹਿ ਰਹੇ ਹੈਗੇ ਆ। ਤੇ ਮੈਂ ਨਾ ਜੀ ਤਾਂ ਹੀ ਬੇਨਤੀ ਥੋੜੀ ਜਿਹੀ ਬੇਨਤੀ ਕਰਦਾ ਸੀਗਾ ਕਿ ਆਪਾਂ ਜ਼ਿਆਦਾ ਜ਼ੋਰ ਦੇ ਕੇ ਨਾ ਇਸ ਗੱਲ ਨੂੰ ਕਹੀਏ ਜਿਹੜਾ ਹੈਗਾ। ਮੈਂ ਤੇ ਤਾਂ ਹੱਥ ਜੋੜ ਕੇ ਬੇਨਤੀ, ਬਾਕੀ ਤਾਂ ਜਿਹੜਾ ਨਾ ਜੀ ਮੈਂ ਤਾਂ ਬਹੁਤ ਛੋਟਾ ਜਿਹਾ ਦਾਸ ਹੈਗਾ ਆ। ਨਹੀਂ ਇਹ ਕਿਰਪਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੋਸ਼ਿਸ਼ ਕਰਾਂਗੇ ਜੀ। ਦੇਖੋ ਇਹ ਤਾਂ ਜੋ ਵਿਚਾਰ ਆਉਂਦੇ ਆ ਨਾ, ਤੇ ਇਹਨਾਂ ਦੇ ਇਹ ਜਿਹੜੇ ਆਉਂਦੇ ਆ ਉਸ ਟਾਈਮ ਜਿਹੜਾ ਹੈਗਾ ਭਾਈ ਮੈਨੂੰ ਆਪਣੇ ਆਪ ਦਾ ਹੀ ਪਤਾ ਨਹੀਂ ਹੁੰਦਾ। ਇਹ ਜੀ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਇਹ ਛੋਟਾ ਹੈਗਾ ਸ਼ਲੋਕ, ਇਹ ਵੀ ਜੇ ਹੋਸ਼ ਕੇ ਦਿਖਾ ਦਿਓ। ਠੀਕ ਹੈ ਜੀ। ਅੰਤਰ ਸੁਨਨ ਇਹ ਅੰਗ ਹੈਗੇ ਜੀ 943। ਅੰਤਰ ਸੁਨਨ ਬਾਹਰ ਸੁਨਨ ਤੇਰ ਭਵਨ ਸੁਨ ਮਸੁਨਨ। ਕਹਿੰਦੇ ਬਸ ਤੇਰੇ ਅੰਦਰ ਵੀ ਉਹ ਮਾਲਕ ਪਰਮਾਤਮਾ ਹੈਗਾ, ਬਾਹਰ ਵੀ ਮਾਲਕ ਪਰਮਾਤਮਾ ਹੈਗਾ। ਧਰਤ ਪਤਾਲ ਆਕਾਸ਼ ਦੇ ਵਿੱਚ ਉਹ ਮਾਲਕ ਪਰਮਾਤਮਾ, ਤਿੰਨਾਂ ਭਵਨਾਂ ਦੇ ਵਿੱਚ ਉਹ ਸੁੰਨਮ ਹੈਗਾ ਭਾਈ ਉਹ ਮਾਲਕ ਪਰਮਾਤਮਾ। ਉਹਦੇ ਕੋਲ ਕੋਈ ਵਿਚਾਰ ਨਹੀਂ ਹੈਗੇ। ਜੇ ਤੂੰ ਮਾਲਕ ਨੂੰ ਪਾਉਣਾ ਹੈ, ਮਾਲਕ ਦੇ ਨੇੜੇ ਜਾਣਾ ਹੈ, ਤੇ ਭਾਈ ਵਿਚਾਰ ਬੰਦ ਕਰਨੇ ਪਊਗੇ। ਸੁੰਨ ਦੇ ਵਿੱਚ ਤੈਨੂੰ ਵੀ ਜਾਣਾ ਪਊਗਾ। ਮਾਲਕ ਸੁੰਨ ਦੀ ਭਾਸ਼ਾ ਜਿਹੜੀ ਹੈਗੀ ਉਹਦੇ ਨਾਲ ਕਮਿਊਨੀਕੇਸ਼ਨ ਹੋ ਜਾਏਗੀ ਤੇਰੀ ਮਾਲਕ ਦੇ ਨਾਲ। ਚੁੱਪ ਹੋ ਜਾਏਗਾ ਤੇ ਮਾਲਕ ਦੇ ਨਾਲ ਗੱਲਬਾਤ ਹੋ ਜਾਏਗੀ। ਅੰਤਰ ਸੁਨਨ ਬਾਹਰ ਸੁਨਨ ਤੇਰ ਭਵਨ ਸੁਨ ਮਸੁਨਨ। ਦੇਖ ਲਓ ਭਾਈ, ਆ ਪਹਿਲੀ ਪਾਤਸ਼ਾਹੀ ਕਹਿ ਰਹੀ ਹੈ। ਵਿਚਾਰ ਜਿਹੜੇ ਹੈਗੇ ਆਪਾਂ, ਇਹ ਵਿਚਾਰ ਹੀ ਤਾਂ ਹੈਗੇ, ਵਿਚਾਰਾਂ ਦੀ ਤਾਂ ਖੇਡ ਹੈ, ਵਿਚਾਰਾਂ ਦਾ ਸਮੁੰਦਰ ਹੈਗਾ। ਤੀਸਰੀ ਪਾਤਸ਼ਾਹੀ ਕਹਿੰਦੀ ਆਪਾਂ ਅਸੀਂ ਹਮੇਸ਼ਾ ਪੜ੍ਹਦੇ ਹਾਂ ਕਿ ਜਿਚਰੇ ਮਨ ਲਹਿਰੀ ਵਿੱਚ ਹੈ ਹਉਮੈ ਬਹੁਤ ਹੰਕਾਰ। ਸ਼ਬਦੇ ਸਾਧ ਨਾ ਆਵੇ ਨਾਮ ਨਾ ਲਗੇ ਪਿਆਰ। ਸੇਵਾ ਥਾਏ ਨਾ ਪਵੇ ਤਿਸਕੀ ਖਪ ਖਪ ਹੋਏ ਖੁਆਰ। ਨਾਨਕ ਸੇਵਕ ਸੋਈ ਆਖੀਏ ਜੋ ਸਿਰ ਧਰੇ ਉਤਾਰ। ਸਤਿਗੁਰ ਕਾ ਪਾਣਾ ਮੰਨ ਲੈ ਸ਼ਬਦ ਰੱਖੇ ਔਰ ਥਾਰ। ਅੰਤਰ ਸੁਨਨ ਬਾਹਰ ਸੁਨਨ ਤਿਰ ਭਵਨ ਸੁਨ ਮਸੁਨਨ। ਚੌਥੇ ਸੁਨਨੇ ਜੋ ਨਰ ਜਾਣੇ ਤਾਕੋ ਪਾਪ ਨਾ ਪੁੰਨਨ। ਕਹਿੰਦੇ ਬਸ ਜਿਹਨੇ ਆ ਸੁੰਨ ਦੇ ਵਿੱਚ ਜਾਣਾ ਸਿੱਖ ਲਿਆ, ਚੌਥੇ ਪਦ ਦੇ ਵਿੱਚ ਚੌਥੇ ਸੁਨਨਾ। ਇਹ ਸੁੰਨ ਇਹੀ ਚੌਥੀ ਅਵਸਥਾ ਹੈ। ਤਿਰਗੁਣੀ ਮਾਇਆ ਤੋਂ ਉੱਪਰ ਨਿਕਲਣਾ ਹੈ ਤੇ ਸੁੰਨ ਦੇ ਵਿੱਚ ਜਾਣਾ ਪਊਗਾ। ਚੌਥਾ ਪਦ ਤੁਰਿਆ ਅਵਸਥਾ ਆਹੀ ਹੈਗੀ। ਅੰਤਰ ਸੁਨਨ ਬਾਹਰ ਸੁਨਨ ਤਿਰ ਭਵਨ ਸੁਨ ਮਸੁਨਨ। ਚੌਥੇ ਸੁਨਨਾ ਜੋ ਨਰ ਜਾਣੇ ਤਾਕੋ ਪਾਪ ਨਾ ਪੁੰਨਨ। ਲਓ, ਪਾਪ ਪੁੰਨ ਤੋਂ ਉੱਪਰ ਆ ਗਿਆ। ਲੇਖਾ ਜੋਖਾ ਖਤਮ। ਜਿਹੜਾ ਚੌਥੇ ਪਦ 'ਚ ਚਲਾ ਗਿਆ, ਜਿਹੜਾ ਸੁੰਨ ਦੇ ਵਿੱਚ ਚਲਾ ਗਿਆ, ਜਿਹਨੇ ਵਿਚਾਰ ਬੰਦ ਕਰ ਲਏ, ਉਹਦਾ ਲੇਖਾ ਜੋਖਾ ਖਤਮ। ਇਸ ਤੋਂ ਉੱਪਰ ਕੀ ਆਪਾਂ ਨੂੰ ਪ੍ਰੂਫ ਚਾਹੀਦਾ ਹੈ ਭਾਈ? ਅੰਤਰ ਸੁਨਨ ਬਾਹਰ ਸੁਨਨ ਤਿਰ ਭਵਨ ਸੁਨ ਮਸੁਨਨ। ਚੌਥੇ ਸੁਨਨੇ ਜੋ ਨਰ ਜਾਣੇ ਤਾਕੋ ਪਾਪ ਨਾ ਪੁੰਨਨ। ਘਟ ਘਟ ਸੁਨ ਕਾ ਜਾਣੇ ਭਿਓ। ਕਹਿੰਦੇ ਘਟ ਘਟ ਦੇ ਵਿੱਚ ਸੁੰਨ ਬੈਠਾ ਹੋਇਆ ਪਾਇਆ ਪਿਆਰਿਆ। ਘਟ ਘਟ ਦੇ ਵਿੱਚ ਸੁੰਨ ਹੀ ਤਾਂ ਹੈਗਾ, ਬਾਕੀ ਸਾਰਾ ਤਾਂ ਸਰੀਰ ਸ਼ੁਰੂ ਤੇ ਇਹ ਤਾਂ ਜਿਹੜਾ ਹੈਗਾ ਪੰਜ ਤੱਤ ਹੈਗੇ। ਇਹ ਤਾਂ ਵੈਸੇ ਹੀ ਜਿਹੜੇ ਹੈ ਇਹ ਤੱਤ ਦੇ ਵਿੱਚ ਤੱਤ ਰਲ ਜਾਂਦੇ ਆ। ਇਹ ਤਾਂ ਮਾਇਆ ਹੈ, ਮਾਲਕ ਪਰਮਾਤਮਾ ਦੀ ਪਾਵਰ ਹੈਗੀ ਆ। ਮੂਲ ਤਾਂ ਉਹੀ ਹੈਗਾ ਮਾਲਕ ਪਰਮਾਤਮਾ। ਘਟ ਘਟ ਦੇ ਵਿੱਚ ਹੈਗਾ ਉਹ। ਘਟ ਘਟ ਸੁੰਨ ਕਾ ਜਾਣੇ ਪਿਓ। ਸੁੰਨ ਯਾਦ ਰੱਖ ਲਓ ਭਾਈ, ਪਰਮਾਤਮਾ ਸੁੰਨ ਪਰਮਾਤਮਾ ਨੂੰ ਡਿਫਾਈਨ ਕਰਦਾ ਹੈ। ਇਹ ਅੱਖਰ ਸੁੰਨ
ਘਟ ਘਟ ਸੁਨ ਕਾ ਜਾਣੇ ਪਿਓ, ਆਦ ਪੁਰਖ ਨਿਰੰਜਨ ਦਿਓ। ਉਹ ਮਾਲਕ ਪਰਮਾਤਮਾ ਦਾ ਹੀ ਰੂਪ ਹੋ ਜਾਏਗਾ। ਉਸ ਆਦ ਪੁਰਖ ਨਿਰੰਜਨ ਮਾਇਆ ਤੋਂ ਰਹਿਤ ਦੇਵ ਪਰਮਾਤਮਾ ਦਾ ਰੂਪ ਹੋ ਜਾਏਗਾ। ਉਹ ਜਿਹੜਾ ਚੌਥੇ ਪਦ ਚਲੇ ਜਾਏਗਾ, ਜਿਹੜਾ ਸੁਨ ਦੇ ਵਿੱਚ ਚਲਾ ਜਾਏਗਾ। ਜੋ ਜਨ ਨਾਮ ਨਿਰੰਜਨ ਰਾਤਾ, ਨਾਨਕ ਸੋਈ ਪੁਰਖ ਵਿਦਾਤਾ। ਜਿਹੜਾ ਵੀ ਉਸ ਮਾਲਕ ਪਰਮਾਤਮਾ ਦੇ ਨਾਮ ਦੇ ਵਿੱਚ ਨਿਰੰਜਨ ਦੇ ਵਿੱਚ ਰਤਿਆ ਗਿਆ, ਉਹ ਮਾਲਕ ਦਾ ਹੀ ਰੂਪ ਹੋ ਜਾਏਗਾ। ਜੋ ਜਨ ਨਾਮ ਨਿਰੰਜਨ ਰਾਤਾ, ਸੋ ਨਾਨਕ ਸੋਈ ਪੁਰਖ ਵਿਦਾਤਾ। ਬਹੁਤ ਵਧੀਆ ਸੁਖਵਿੰਦਰ ਜੀ, ਬਹੁਤ ਵਧੀਆ ਤੁਸੀਂ ਜਿਹੜਾ ਹੈਗਾ ਇਹ ਸ਼ਬਦ ਜਿਹੜਾ ਹੈਗਾ ਇਹਦੀ ਜਾਣਕਾਰੀ ਸੰਗਤ ਤੱਕ ਪਹੁੰਚਾਈ। ਕ੍ਰੈਡਿਟ ਸਾਰਾ ਤੁਹਾਨੂੰ ਜਾ ਰਿਹਾ ਹੈ। ਮਾਲਕ ਵਰਤ ਰਿਹਾ ਜੀ। ਹਾਂਜੀ, ਇੱਕ ਆਪਣੇ ਨਾ ਵੀਰ ਜੀ ਕੁਛ ਕਹਿ ਰਹੇ ਸੀਗੇ, ਉਹ ਸੁਖਮਨੀ ਸਾਹਿਬ ਜੀ ਕੁਛ ਕਹਿ ਰਹੇ ਸੀ ਵੀਰ ਜੀ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਸਰਗੁਣ ਨਿਰਗੁਣ ਨਿਰੰਕਾਰ ਸੁਨ। ਹਾਂਜੀ, ਇਹ ਅਸੀਂ ਜਿਹੜੇ ਹੈਗੇ ਜੀ, ਹਾਂਜੀ ਹਾਂਜੀ ਮੈਨੂੰ ਪਤਾ ਹੈ ਜੀ ਵੀਰ ਜੀ। 290 ਅੰਗ ਦੇ ਉੱਤੇ ਹੈਗੇ ਹਾਂ ਅਸੀਂ। ਇੱਥੋਂ ਸ਼ੁਰੂ ਹੁੰਦਾ ਹੈ ਇਹ ਸ਼ਲੋਕ ਜਿਹੜਾ ਹੈਗਾ। ਇਹ ਸੁਖਮਨੀ ਸਾਹਿਬ ਦੀ ਜਿਹੜੀ ਹੈਗੀ ਆ 21ਵੀਂ ਜਿਹੜੀ ਹੈਗੀ ਸੁਖਮਨੀ ਸਾਹਿਬ ਦੀ 21ਵਾਂ ਜਿਹੜਾ ਹੈਗਾ ਇਹ ਅਸ਼ਟਪਦੀ ਜਿਹੜੀ ਹੈਗੀ 21ਵੀਂ ਅਸ਼ਟਪਦੀ। ਇਹਨੂੰ ਆਪਾਂ ਪੌੜੀ ਨਹੀਂ ਕਹਿ ਸਕਦੇ, ਅਸ਼ਟਪਦੀਆਂ ਹੈਗੀਆਂ 8-8 ਪਦੇ ਦੀਆਂ। 21ਵੀਂ ਜਿਹੜੀ ਹੈਗੀ ਸ਼ੁਰੂ ਇੱਥੋਂ ਹੁੰਦੀ। ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਕਹਿੰਦੇ ਭਾਈ ਪਿਆਰਿਓ, ਇਹ ਸਰਗੁਣ ਤੇ ਨਿਰਗੁਣ। ਨਿਰਗੁਣ ਜਿਹੜਾ ਹੈਗਾ, ਨਿਰਗੁਣ ਦਾ ਮਤਲਬ ਬਗੈਰ ਗੁਣਾ ਤੋਂ ਨਹੀਂ। ਨਿਰਗੁਣ ਦਾ ਮਤਲਬ ਆ ਇਹ ਤਮੋ ਰਜੋ ਸਤੋ ਮਾਇਆ ਦੇ 3 ਗੁਣਾ ਤੋਂ ਉੱਪਰ ਚੌਥੇ ਪਦ ਵਾਲਾ, ਉਹਨੂੰ ਕਹਿੰਦੇ ਨਿਰਗੁਣ। ਤੇ ਸਰਗੁਣ ਕਹਿੰਦੇ 3 ਗੁਣੀ ਮਾਇਆ ਜੋ ਦਿਸ ਰਹੀ ਆ ਆਪਾਂ ਨੂੰ, ਜੋ ਇਹ ਦੁਨੀਆ ਦਿਸ ਰਹੀ ਆ ਇਹ ਵੀ, ਤੇ ਜੋ ਨਹੀਂ ਦਿਸ ਰਿਹਾ ਜੋ ਸੁਣ ਉਹ ਮਾਲਕ ਪਰਮਾਤਮਾ, ਉਹ ਵੀ ਕਹਿੰਦੇ ਉਹ ਆਪ ਹੀ ਹੈਗਾ। ਸਰਗੁਣ ਨਿਰਗੁਣ ਨਿਰੰਕਾਰ, ਉਹਦਾ ਕੋਈ ਆਕਾਰ ਨਹੀਂ ਹੈ, ਉਹ ਨਿਰੰਕਾਰ ਹੈਗਾ। ਉਹਦੀ ਖੇਡ ਹੈਗੀ ਹੈ ਦੋਨੋਂ ਪਾਸੇ ਦੀ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਔਰ ਸੁਨ ਦੀ ਸਮਾਧੀ ਦੇ ਵਿੱਚ ਵੀ ਮਾਲਕ ਪਰਮਾਤਮਾ ਹੀ ਹੈਗਾ। ਉਹ ਸੁਨ ਹੈਗਾ, ਉਹਨੂੰ ਕੋਈ ਵਿਚਾਰ ਨਹੀਂ ਹੈਗੇ। ਉਹਨੂੰ ਸਾਰੀ ਗੇਮ ਉਹਨੇ ਬਣਾ ਦਿੱਤੀ। ਗੇਮ ਜਿਹੜੀ ਹੈਗੀ ਆਟੋ ਪਾਇਲਟ 'ਤੇ ਚੱਲ ਰਹੀ ਹੈ ਸਾਰੀ ਦੀ ਸਾਰੀ। ਧਰਤੀ ਬਣਾਤੀ, ਧਰਤੀ ਜਿਹੜੀ ਹੈਗੀ ਜਦ ਦੀ ਬਣਾਈ ਹੈ ਉਦੋਂ ਦੀ ਜਿਹੜੀ ਹੈ ਪੈਦਾਵਾਰ, ਉਹ ਜਿੰਨੇ ਵੀ ਜੀਵ ਹੈ ਸਾਰਿਆਂ ਨੂੰ ਖਿਲਾਈ ਜਾ ਰਹੀ ਹੈ। ਕੈਸੀ ਜਿਹੜੇ ਉਹਨੇ ਦੇਖ ਲਓ ਐਸਾ ਈਕੋ ਸਿਸਟਮ ਲਗਾਇਆ ਹੋਇਆ, ਘੁੰਮ ਫਿਰ ਕੇ ਵਾਪਸ ਜਿਹੜਾ ਹੈਗਾ ਵਾਪਸ ਉਹ ਫਿਰ ਸ਼ੁਰੂ ਹੋ ਜਾਂਦੀ ਹੈ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। आपन किया नानका आपे ही फिर जाप। आप उस मालक परमात्मा ने ये पैदा की है सृष्टि। आपन किया नानका आपे ही फिर जाप। आप पैदा करता है अपने तो, आप ही फिर जिहड़ा हैगा ਉਹਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ ਆਪਣੇ ਆਪ ਨੂੰ। ਕਮਾਲ ਦੀ ਖੇਡ ਹੈ। ਪਹਿਲਾਂ ਆਪਣੇ ਤੋਂ ਵਿਛੋੜ ਕੇ ਤੇ ਦੁਨੀਆ ਦੇ ਵਿੱਚ ਜਿਹੜਾ ਹੈਗਾ ਜੀਵ ਭੇਜ ਦਿੰਦਾ ਹੈ। ਫਿਰ ਜਿਹੜਾ ਹੈਗਾ ਉਹਨਾਂ ਦੇ ਵਿੱਚੋਂ ਮਨੁੱਖ ਦੇ ਰੂਪ ਦੇ ਵਿੱਚ ਆਪ ਲੱਭਦਾ ਹੈ ਆਪਣੇ ਆਪ ਨੂੰ। ਉਹਦੀ ਆਪਣੀ ਗੇਮ ਹੈ। ਆਪਾਂ ਇਹਦੇ 'ਚ ਕਿਸੇ ਦਾ ਕੀ ਵਿਗਾੜ ਰਿਹਾ ਮਾਲਕ ਪਰਮਾਤਮਾ। ਆਪਾਂ ਕੌਣ ਆ? ਉਹਦਾ ਰੂਪ ਆ। ਉਹ ਆਪ ਹੀ ਖੇਡ ਰਿਹਾ, ਆਪ ਹੀ ਕਰ ਰਿਹਾ ਸਾਰਾ ਕੁਛ। ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਹਾਂਜੀ, ਇਹ ਸ਼ਲੋਕ ਸੀਗਾ। ਹੁਣ ਆਪਾਂ ਵਾਪਸ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਅੱਜ ਦਾ ਜਿਹੜਾ ਸ਼ਬਦ ਸੀਗਾ, ਇੱਕ ਪਰਮਾਤਮਾ ਨੇ ਇੱਕ ਸੰਕਲਪ ਨਾਲ ਇੱਕ ਤੋਂ ਅਨੇਕ ਬਣਾ ਦਿੱਤੇ। ਦੇਖੋ ਆਪਣੇ ਚੋਂ ਹੀ ਕੱਢੇ ਆ ਸਾਰੇ, ਹੈ ਉਹੀ ਆਪ ਹੀ ਹੈਗਾ ਸਾਰਾ। ਵੀਰ ਜੀ ਹਾਂਜੀ ਕੀਤਾ ਪਸਾਓ ਏਕੋ ਕੁਆਓ। ਹਾਂ, ਕੀਤਾ ਪਸਾਓ ਏਕੋ ਕੁਆਓ, ਤਿਸਤੇ ਹੋਏ ਲੱਖ ਦਰਿਆਓ। ਲੱਖ ਮਤਲਬ ਖਾਲੀ ਲੱਖ ਨਹੀਂ, ਅਸੰਖੀ ਹੈ, ਉਹਦਾ ਕੋਈ ਉਹ ਨਹੀਂ ਹੈ।
ਹਾਂ ਕੋਟ ਕਹਿ ਲੋ, ਲੱਖ ਕਹਿ ਲੋ, ਕੁਛ ਕਹਿ ਲੋ, ਹਾਂ, ਜਿਹਦੀ ਗਿਣਤੀ ਨਹੀਂ ਹੈ, ਗਿਣਤੀ ਨਹੀਂ। ਲੱਖਿਆ ਨਹੀਂ ਜਾ ਸਕਦਾ। ਹਾਂ ਬਿਲਕੁਲ। ਹੁਣ ਆਪਾਂ ਹੋਰ ਲੋਕਾਂ ਦੀ ਇੱਕ ਸੁਆਵੇ ਤੇ ਸਭ ਹੋਆ। ਹਾਂਜੀ ਇੱਕ ਹੋਰ ਹੀ ਲੋਕਾਂ ਦੀ। ਹਾਂ ਬਿਲਕੁਲ। ਇਹ ਅਸੀਂ ਹੁਣ ਜਿਹੜੇ ਹੈਗੇ 612 ਅੰਗ ਦੇ ਉੱਤੇ ਵਾਪਸ ਆ ਗਏ ਹਾਂ ਜੀ। ਅੱਜ ਦਾ ਜਿਹੜਾ ਹੈਗਾ ਸ਼ਾਇਦ ਇੱਕੋ ਹੀ ਸ਼ਬਦ ਹੋਏਗਾ। ਸੋਰਠ ਮਹਲਾ ਪੰਜਵਾਂ। ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਿਆ। ਕਹਿੰਦੇ ਜਿਹੜੇ ਵਿਚਾਰ ਕਿੰਨੇ, ਦੇਖੋ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ। ਔਰ ਐਸੀ ਮਾਇਆ ਹੈ ਨਾ, ਇੰਨੀ ਜ਼ਬਰਦਸਤ ਜਿਹੜੀ ਹੈਗੀ ਖਿੱਚ ਪੈਂਦੀ ਹੈ ਇਹਦੀ, ਇਹ ਦੁਨੀਆ ਦੇ ਵਿਚਾਰਾਂ ਦੀ। ਇਨਸਾਨ ਜਿਹੜਾ ਹੈਗਾ ਪਾਗਲ ਹੋ ਜਾਂਦਾ ਇਹਨਾਂ ਦੇ ਪਿੱਛੇ। ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ, ਔਰ ਇਹਦੇ ਤੋਂ ਮਿਲਦਾ ਕੀ ਹੈ? ਇਹਦੇ 'ਚੋਂ ਐਨਜ਼ਾਇਟੀ ਔਰ ਜਿਹੜਾ ਹੈਗਾ ਦੁੱਖ, ਬਸ ਆਹੀ ਲੱਭਦਾ ਹੈ। ਔਰ ਪਰ ਹੈ ਕਿਉਂਕਿ ਜਨਮਾਂ ਤੋਂ ਆਪਣੇ ਅੰਦਰ ਲੀਹਾਂ ਬਣੀਆਂ ਹੋਈਆਂ। ਉਹ ਲੀਹਾਂ ਜਿਹੜੀਆਂ ਧਿਆਨ ਦੇ ਵਿੱਚ ਜਾਵਾਂਗੇ ਤੇ ਉਦੋਂ ਤੋਂ ਛੁਟਕਾਰਾ ਹੋ ਜਾਏਗਾ ਭਾਈ। ਹੋਰ ਕੋਈ ਚਾਰਾ ਹੀ ਨਹੀਂ ਹੈਗਾ, ਨਹੀਂ ਤਾਂ ਜਨਮ ਚਲੇ ਜਾਏਗਾ ਆਪਣਾ। ਬਹੁਤ ਸਸਤੇ 'ਚ ਆਪਾਂ ਜਿਹੜੇ ਨਿਬੇੜ ਦੇਵਾਂਗੇ। ਮਾਇਆ ਜਿਹੜੀ ਹੈ ਸਸਤੇ 'ਚ ਨਿਬੇੜ ਦਊਗੀ ਆਪਾਂ ਨੂੰ। ਇਹ ਵਿਚਾਰਾਂ ਦੇ ਵਿੱਚ ਹੀ ਨਿਬੇੜ ਦੇਣਾ ਮਾਇਆ ਨੇ ਆਪਾਂ ਨੂੰ। ਸੋਰਠ ਮਹਲਾ ਪੰਜਵਾਂ। ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਿਆ। ਕਹਿੰਦੇ ਸਾਰੇ ਮਿਟ ਗਏ ਭਾਈ। ਇਹ ਸਾਰਾ ਜਿਹੜਾ ਹੈਗਾ ਦੇਖੋ ਮਹਾਰਾਜ ਕਹਿੰਦੇ ਆ ਮਿਟ ਜਾਣਗੇ। ਤੂੰ ਆ ਕੰਮ ਕਰ। ਸਹਿਜ ਸੈਨ ਔਰ ਸੁਖ ਮਨ ਨਾਰੀ ਊਂਦ ਕਮਲ ਵਿਕਸਿਆ। ਕਹਿੰਦੇ ਸਹਿਜ ਸੈਨ ਕੀਆ, ਸਹਿਜ ਅਵਸਥਾ। ਸੈਨ ਮਤਲਬ ਸ਼ੈਨ, ਸਹਿਜ ਅਵਸਥਾ ਦੇ ਵਿੱਚ ਵਿਸ਼ਰਾਮ ਹੋ ਗਿਆ। ਸਹਿਜ ਵਿਚਾਰ ਖਤਮ ਹੋ ਗਏ। ਔਰ ਸੁਖ ਮਨ ਨੂੰ ਸੁਖ ਆ ਗਿਆ ਪਾਏ। ਸੁਖ ਮਨ, ਇਹ ਕੋਈ ਸੁਖਮਨਾ ਸੁਸ਼ਮਨਾ ਨਾੜੀ ਨਹੀਂ ਹੈ। ਸੁਖ ਮਨ ਸੁਖੀ ਹੋ ਗਿਆ। ਸੁਖ ਮਨ ਨਾਰੀ। ਇਹ ਵੀ ਜਵਾਬ ਦੇ ਰਿਹਾ ਜੀ ਗਲਾ। ਇੱਕ ਮਿੰਟ ਜੀ। ਸੁਖਮਨ ਨਾਰੀ। ਵਾਹਿਗੁਰੂ ਜੀ। ਹਾਂਜੀ 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 ਮੈਂ ਉਹ ਪੁੱਛਣਾ ਸੀ, ਜਿਹੜਾ ਧਿਆਨ ਕਰਨਾ ਉਸ ਦੀ ਸਿਮਰਨ ਕਰਕੇ ਕਰਨਾ ਨਾ। ਧਿਆਨ ਦਾ ਮਤਲਬ ਹੈ ਵੀ ਵਿਚਾਰ ਬੰਦ ਕਰਨੇ, ਉਹੀ ਧਿਆਨ ਹੈ ਬਸ। ਉਹ ਸਿਮਰਨ ਤੁਸੀਂ ਸਿਮਰਨ ਹੀ ਉਸੇ ਨੂੰ ਕਹਿੰਦੇ ਆ। ਸਿਮਰਨ ਦਾ ਮਤਲਬ ਹੈ ਸਮਰਨ। ਠੀਕ ਹੈ। ਇੱਕ ਮੈਡੀਟੇਸ਼ਨ ਹੁੰਦੀ ਹੈ ਨਾ, ਉਹੀ ਸੇਮ ਹੈ ਉਹੀ ਹੈ। ਜਿੱਦਾਂ ਉਹ ਤਾਂ ਵੈਸੇ ਕੋਈ ਮਿਊਜ਼ਿਕ ਲਗਾ ਕੇ ਨਹੀਂ ਵਿਚਾਰ ਥੋੜੀ ਨਾ ਰੁਕਣਗੇ। ਉਹ ਮਿਊਜ਼ਿਕ ਲਗਾਤਾ ਤੁਸੀਂ ਕਿਵੇਂ ਵਿਚਾਰ ਰੁਕ ਜਾਣਗੇ? ਉਹ ਤਾਂ ਤੁਸੀਂ ਵਿਚਾਰ ਉੱਥੇ ਚੈਨਲਸ ਹੈਗੇ ਨਾ ਬਣੇ ਉੱਥੇ। ਨਹੀਂ ਉਹ ਸਾਰਾ ਗਲਤ ਹੈ ਜੀ। ਆਪਾਂ ਗਲਤ ਨਹੀਂ ਕਹਿ ਸਕਦੇ। ਚਲੋ ਆਪਾਂ ਜਿਹੜੇ ਹੈਗੇ ਪਰ ਤਾਂ ਹੀ ਪੁੱਛ ਰਹੀ ਸੀ ਕਿ ਸਿਮਰਨ ਕਰਕੇ ਅਸੀਂ ਧਿਆਨ ਵਿੱਚ ਜਾ ਸਕਦੇ ਹਾਂ ਨਾ, ਸੁਣ ਵਿੱਚ। ਨਹੀਂ ਤੁਸੀਂ ਡਾਇਰੈਕਟ ਸੁਣ ਵਿੱਚ ਜੰਪ ਕਰ ਸਕਦੇ ਹੋ। ਡਾਇਰੈਕਟ ਕਿਉਂ ਨਹੀਂ ਜਾ ਸਕਦੇ ਆਪਾਂ? ਆਪਣੇ ਵਿਚਾਰ ਬਸ ਚੁੱਪ ਹੋ ਜਾਓ। ਸਹਾਰਾ ਲੈ ਸਕਦੇ ਹੋ ਮਤਲਬ ਸ਼ਬਦ ਦਾ। ਉਹਦੇ ਜਿਹੜੇ ਮਤਲਬ ਵਾਹਿਗੁਰੂ ਜੋ ਵੀ ਰਾਮ ਅੱਲਾ ਵਾਹਿਗੁਰੂ ਜੋ ਵੀ ਤੁਹਾਡਾ ਜਿੱਥੇ ਮਨ ਟਿਕਦਾ, ਸ਼ੁਰੂਆਤ ਸਹਾਰਾ ਲੈ ਸਕਦੇ ਹੋ। ਹੌਲੀ ਹੌਲੀ ਉਹ ਜਿਹੜਾ ਮਨ ਨੂੰ ਤੁਰ ਪਾਰ ਲੰਘਣਾ, ਮਤਲਬ ਮਨ ਦੇ ਵਿਚਾਰਾਂ ਨੂੰ ਦੇਖਣਾ। ਐਕਟਿਵ ਨਹੀਂ ਹੋਣਾ। ਉਹ ਵਿਚਾਰ ਤਾਂ ਆਉਣੇ ਹੀ ਹੈ, ਰੁਕਣੇ ਨਹੀਂ ਹੈ। ਪਰ ਉਹ ਪੈਸਿਵ ਨਹੀਂ ਦੇਖਣਾ ਉਹਨਾਂ ਨੂੰ ਵਿਚਾਰਾਂ ਨੂੰ। ਉਹ ਇੱਕ ਦੇ ਉੱਤੇ ਆ ਗਏ ਆਪਾਂ। ਇਹਦੇ ਅਨੇਕਤਾ ਤੋਂ ਇੱਕ ਜਿਹੜਾ ਹੈਗਾ ਜੋ ਵਾਹਿਗੁਰੂ ਬੋਲ ਰਹੇ ਆ, ਅੱਲਾ ਉਹ ਬੋਲ ਰਹੇ, ਉਸ ਦੇ ਉੱਤੇ ਆਪਾਂ ਕਿ ਇੱਕ ਦੇ ਉੱਤੇ ਆ ਗਏ ਆਪਾਂ। ਉਸ ਦਾ ਧਿਆਨ ਕਰਨ ਦੇ ਨਾਲ ਬਾਕੀ ਛੁੱਟ ਗਏ ਨਾ ਸਾਰੇ। ਫੋਕਸ ਹੋ ਗਿਆ ਨਾ ਆਪਣਾ। ਫਿਰ ਉਹਨੂੰ ਵੀ ਛੱਡ ਦੋ ਬਸ। ਉਹ ਵੀ ਫਿਰ ਉਸ ਨੇ ਜਿਹੜਾ ਹੈਗਾ ਵਾਹਿਗੁਰੂ ਆ ਜਿਹੜਾ ਧੁਨ ਹੈਗੀ, ਇਸ ਨੇ ਉਹ ਤੁਹਾਡੇ ਅੰਦਰ ਅਨਹਦ ਸ਼ਬਦ ਪ੍ਰਗਟ ਕਰ ਦੇਣੇ। ਉਹ ਜਿਹੜਾ ਸੁਣਨ ਦਾ ਸ਼ਬਦ ਹੈਗਾ, ਉਹ ਸੁਣਨ ਦੇ ਸ਼ਬਦ ਨੂੰ ਫੜ ਲਓ ਬਸ। ਉਹ ਧੁਨ ਹੈਗੀ, ਉਹ ਮਾਲਕ ਤੋਂ ਆ ਰਹੀ ਹੈ, ਉਹਦੇ ਦਰ ਤੋਂ ਆ ਰਹੀ ਹੈ। ਉਹ ਨਹੀਂ ਬੰਦ ਹੁੰਦੀ ਕਦੀ ਸ੍ਰਿਸ਼ਟੀ ਦੇ ਵਿੱਚ। ਹਰੇਕ ਦੇ ਅੰਦਰ ਵੱਜ ਰਹੀ ਹੈ ਉਹ। ਠੀਕ ਹੈ ਜੀ। ਹਾਂ ਉਹਦੇ ਨਾਲ ਉਹਦੀ ਆਵਾਜ਼ ਚੋਟ ਕਰਦੀ ਹੈ ਨਾ ਵੀਰ ਜੀ। ਇਹ ਜਿਹੜੀ ਸਾਡੇ ਜਿੱਥਾ ਓਰੀਜਨ ਹੈ ਧੁਨੀ 'ਚ, ਉੱਥੇ ਚੋਟ ਕਰਦੀ ਹੈ ਜਦੋਂ ਹੂ ਲੰਬਾ ਜਾਂਦਾ ਨਾ ਜੋ ਕਿਸੇ ਤਰੀਕੇ। ਉਹਦੇ ਨਾਲ ਫਿਰ ਉਹ ਸੁੰਨ ਪੈਦਾ ਹੋਣ ਦੇ ਮਤਲਬ ਉਸ ਵਿਚਾਰਾਂ ਤੋਂ ਕ੍ਰਾਸ ਹੋ ਜਾਂਦਾ ਬੰਦਾ। ਉਹ ਸੁਣ ਜਿਹੜੀ ਹੈ ਨਾ, ਉਹ ਧੁਨ ਐਕਚੁਅਲ ਸੁਣਦੀ ਹੈ ਆਪਾਂ ਨੂੰ ਆਪਣੇ ਅੰਦਰ ਜਿਹੜੀ। ਹਾਂ ਉਹ ਤਾਂ ਇੰਨੀ ਜ਼ਬਰਦਸਤ, ਜਿਸ ਤਰ੍ਹਾਂ ਆਪਾਂ ਕਿਸੇ ਨਾਲ ਗੱਲ ਕਰ ਰਹੇ ਹਾਂ ਉਸ ਤੋਂ ਵੀ ਜ਼ਿਆਦਾ ਜ਼ੋਰ ਦੀ ਵੱਜਦੀ ਹੈ ਉਹ ਤਾਂ। ਮਾਈਕ ਬੰਦ ਕਰ ਦੇਣਾ। ਹਾਂਜੀ ਓਕੇ ਜੀ। ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਿਆ। ਸਹਿਜ ਸੈਨ ਔਰ ਸੁਖ ਮਨ ਨਾਰੀ।
ਸੁਖਮਨ ਨਾਰੀ ਕੀ ਆ? ਕਹਿੰਦੇ ਇਹ ਜਿਹੜੀਆਂ ਮੇਰੀਆਂ ਗਿਆਨ ਇੰਦਰੀਆਂ ਸੀਗੀਆਂ ਇਹ ਸਾਰੀਆਂ ਦੀਆਂ ਸਾਰੀਆਂ ਸੁਖਮਨ ਹੋ ਗਈਆਂ, ਇਹ ਸੁਖ ਦੇਣ ਲੱਗ ਪਈਆਂ ਮੈਨੂੰ। ਹੁਣ ਇਹ ਤੰਗ ਨਹੀਂ ਕਰਦੀਆਂ, ਹੁਣ ਵਿਚਾਰ ਨਹੀਂ ਲੈਂਦੀਆਂ। ਇਹ ਆਹ ਅਵਸਥਾ ਹੋ ਗਈ। ਕਹਿੰਦੇ ਜਿਹੜੇ ਵਿਚਾਰ ਮੈਨੂੰ ਤੰਗ ਕਰਦੇ ਸੀਗੇ, ਇੰਨਾ ਅੰਦੇਸਰਾ ਸੀ, ਇੰਨਾ 24 ਘੰਟੇ ਛਾਏ ਰਹਿੰਦੇ ਸੀਗੇ। ਦੇਖ ਲਓ, ਸੌਂਦੇ ਜਾਗਦੇ ਤੁਰਦੇ ਫਿਰਦੇ ਸਾਰਾ ਕੁਛ, ਹਰ ਟਾਈਮ ਇਨਸਾਨ ਜਿਹੜਾ ਹੈਗਾ ਇਹ ਵਿਚਾਰਾਂ ਦੇ ਜਾਲ 'ਚ ਫਸਿਆ ਰਹਿੰਦਾ। ਆਪਾਂ ਤਾਂ ਆਟੋ ਪਾਇਲਟ 'ਤੇ ਕਰਦੇ ਹਾਂ, ਖਾਣਾ ਵੀ ਆਟੋ ਪਾਇਲਟ 'ਤੇ ਹੁੰਦਾ, ਨਹਾਉਣਾ ਵੀ ਆਟੋ ਪਾਇਲਟ 'ਤੇ, ਕਾਰ ਵੀ ਆਟੋ ਪਾਇਲਟ 'ਤੇ ਚੱਲਦੀ ਹੈ। ਸਾਰਾ ਜਿਹੜਾ ਜੋ ਕੁਛ ਵਿਚਾਰ ਅੰਦਰ ਕੁਛ ਹੁੰਦਾ, ਆਪਣੀ ਬਾਡੀ ਜਿਹੜੀ ਹੈਗੀ ਐਕਸ਼ਨ ਕਰੀ ਜਾ ਰਹੀ, ਆਟੋ ਪਾਇਲਟ 'ਤੇ ਲੱਗੀ ਹੋਈ ਹੈ। ਪਤਾ ਵੀ ਨਹੀਂ ਲੱਗਦਾ ਕਦ ਨਹਾ ਲਿਆ, ਕਦ ਸਾਬਣ ਲਾ ਲਿਆ, ਕਦ ਕੱਪੜੇ ਪਾ ਲਏ, ਕਦ ਸਾਰਾ ਕੁਛ ਤੇ ਅਪ ਟੂ ਡੇਟ ਹੋ ਕੇ ਤੁਰ ਪਏ। ਰੋਟੀ ਵੀ ਦੇਖ ਲਓ, ਆਪਾਂ ਵੱਡਾ ਵੱਡ ਖਾਈ ਜਾ ਰਹੇ, ਪਤਾ ਹੀ ਨਹੀਂ ਲੱਗ ਰਿਹਾ, ਕਿਤੇ ਗੱਲਾਂ ਵੀ ਕਰੀ ਜਾ ਰਹੇ, ਕਿਸੇ ਨਾਲ ਕੁਛ ਹੋ ਜਾਏ। ਸੋਠ ਮਹਲਾ ਪੰਜਵਾਂ। ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਿਆ। ਕਹਿੰਦੇ ਸਾਰੇ ਮਿਟ ਗਏ ਭਾਈ, ਸਾਰੇ ਮਿਟ ਗਏ। ਸਹਿਜ ਸੈਨ ਔਰ ਸੁਖ ਮਨ ਨਾਰੀ ਊਂਧ ਕਮਲ ਬਿਗਸਾਇਆ। ਕਹਿੰਦੇ ਸਹਿਜ ਅਵਸਥਾ ਆ ਗਈ ਔਰ ਗਿਆਨ ਇੰਦਰੀਆਂ ਜਿਹੜੀਆਂ ਹੈਗੀਆਂ ਇਹ ਇਨਵਰਡ ਹੋ ਗਈਆਂ। ਇਹਨਾਂ ਨੇ ਬਾਹਰ ਦੇ ਦ੍ਰਿਸ਼ ਦਿਖਾਉਣੇ ਬੰਦ ਕਰਤੇ, ਬਾਹਰ ਮਨ ਨੂੰ ਲੈ ਕੇ ਜਾਣਾ ਬੰਦ ਕਰ ਦਿੱਤਾ। ਮਨ ਹੀ ਹੈਰਾਨ ਹੋ ਗਿਆ ਵੀ ਆਹ ਤਾਂ ਅੰਦਰ ਦੀ ਖੇਡ ਤਾਂ ਇਹ ਤਾਂ ਬਾਹਰ ਨਾਲੋਂ ਵੀ ਵਧੀਆ ਹੈਗੀ। ਤਾਂ ਇੱਕ ਵਾਰੀ ਤੁਸੀਂ ਧਿਆਨ ਸਿਮਰਨ ਕਰੋ ਤਾਂ ਤੁਹਾਨੂੰ ਲੱਗੂਗਾ ਉਹ ਦਿਨ ਤੁਹਾਡਾ ਐਸਾ ਚੜ੍ਹਿਆ ਹੈ ਦਿਨ ਕਿ ਐਸੀ ਮਸਤੀ ਤਾਂ ਕਦੀ ਆਈ ਹੀ ਨਹੀਂ, ਇੰਨੀ ਖੁਸ਼ੀ ਤਾਂ ਕਦੀ ਆਈ ਨਹੀਂ ਮੇਰੇ ਅੰਦਰ, ਇੰਨੀ ਸ਼ਾਂਤੀ। ਐਸਾ ਲੱਗਦਾ ਇਨਸਾਨ ਜਿਸ ਤਰ੍ਹਾਂ ਮਸਤ ਹਾਥੀ ਹੈ, ਇਸ ਤਰ੍ਹਾਂ ਤੁਰਦਾ ਹੈ, ਇਸ ਤਰ੍ਹਾਂ ਉਹਦੇ ਅੰਦਰ ਜਿਹੜਾ ਹੈਗਾ ਇੰਨਾ ਐਨਰਜੀ ਆ ਜਾਂਦੀ ਹੈ। ਕਰਕੇ ਤਾਂ ਦੇਖੀਏ ਪ੍ਰੈਕਟੀਕਲ ਆਪਾਂ। ਸਹਿਜ ਸੈਨ ਔਰ ਸੁਖਮਨ ਨਾਰੀ ਊਂਦ ਕਮਲ ਬਿਗਸਿਆ। ਕਹਿੰਦੇ ਕਮਲ, ਹਿਰਦਾ ਕਮਲ ਇਹ ਪੁੱਠਾ ਸੀਗਾ। ਕਿਉਂ? ਕਿਉਂਕਿ ਇਹਦੇ ਅੰਦਰ ਮੈਲ ਸੀਗੀ, ਸੰਸਕਾਰਾਂ ਦੀ ਮੈਲ। ਇਹ ਜਿਹੜਾ ਹੈਗਾ ਵਿਸ਼ੇ ਵਿਕਾਰਾਂ ਦਾ ਜਲ ਕਹਿੰਦੇ ਆ। ਕਹਿੰਦੇ ਸਿੱਧਾ ਹੋ ਗਿਆ, ਇਹਦੇ ਅੰਦਰ ਅੰਮ੍ਰਿਤ ਪਊਗਾ। ਹੁਣ ਅੰਮ੍ਰਿਤ ਇਕੱਠਾ ਹੋਣਾ ਇਹਦੇ ਅੰਦਰ। ਵਿਸ਼ੇ ਵਿਕਾਰ ਆ ਲੀਹਾਂ ਮਿਟੀਆਂ, ਆ ਸੰਸਕਾਰ ਮਿਟ ਗਏ ਜਿਹੜੇ ਕਿ ਵਿਚਾਰ ਦੇ ਰਹੇ ਸੀਗੇ, ਜਿੱਥੋਂ ਵਿਚਾਰ ਓਰੀਜੀਨੇਟ ਹੋ ਰਹੇ ਸੀਗੇ। ਸਹਿਜ ਸੈਨ ਔਰ ਸੁਖ ਮਨ ਨਾਰੀ ਊਂਧ ਕਮਲ ਬਿਗਸਾਇਆ। ਦੇਖੋ ਆਚਰਜ ਭਇਆ। ਕਹਿੰਦੇ ਹੈਰਾਨੀ ਹੋ ਗਈ ਭਾਈ, हैरानी हो गई, आ की चमत्कार हो गया मेरे अंदर। जे ठाकुर को सुनत अगाध बोध सो हृदय गुरे दया। जिस मालक परमात्मा ਨੂੰ ਅਗਾਧ ਸੀਗਾ, ਅਗਾਧ ਬੋਧ ਸੀਗਾ, ਇੰਪੋਸੀਬਲ ਸੀਗਾ ਉਸ ਤੱਕ ਪਹੁੰਚਣਾ, ਮਾਲਕ ਪਰਮਾਤਮਾ ਤੱਕ, ਜਿਹੜਾ ਅਗੰਮ ਸੀਗਾ, ਅਗੋਚਰ ਸੀਗਾ, ਅੱਖਾਂ ਤੋਂ ਗਿਆਨ ਇੰਦਰੀਆਂ ਦੀ ਪਕੜ ਤੋਂ ਪਰੇ ਨਹੀਂ ਗਮਿਆ ਜਾ ਸਕਦਾ ਸੀਗਾ ਕਿਸੇ ਵੀ ਤਰੀਕੇ ਦੇ ਨਾਲ। ਉਹ ਗੁਰੂ ਨੇ ਮੇਰੇ ਅੰਦਰ ਪ੍ਰਗਟ ਕਰ ਦਿੱਤਾ, ਉਹ ਪ੍ਰਗਟ ਹੋ ਗਿਆ ਮੇਰੇ ਅੰਦਰ। ਦੇਖੋ ਆਚਰਜ ਪਾਇਆ। ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ ਭਾਈ, ਜਿਨ੍ਹਾਂ ਨੇ ਦੇਖੋ ਕੁਰਬਾਨ ਹੋ ਗਏ ਇਸ ਗਿਆਨ ਤੋਂ। ਦੇਖੋ ਆਚਰਜ ਪਾਇਆ। ਜੇ ठाकुर को सुनत अगाध बोध सो हृदय गुरे दया रहाओ। जोए दूत मोहे बहुत संतावत ते भयानक भया। कमाल हो गई। ਇਹ ਕਾਮ ਕ੍ਰੋਧ ਲੋਭ ਓਂਕਾਰ ਮੈਨੂੰ ਛਾਏ ਹੋਏ ਮੇਰਾ ਜਿਹੜਾ ਇਹਨਾਂ ਨੇ ਪੂਰਾ ਮੇਰਾ ਜਿਹੜਾ ਹੈਗਾ ਅੰਦਰ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਹੈਗਾ ਕਬਜ਼ਾ ਕੀਤਾ ਹੋਇਆ ਸੀ। ਅੰਦਰ ਪੂਰਾ ਜਿਹੜਾ ਮੇਰੀ ਬਗੀਚੀ ਜਿਹੜੀ ਸੀਗੀ ਪੂਰੀ ਤਹਿਸ ਨਹਿਸ ਕੀਤੀ ਪਈ ਸੀ ਇਹਨਾਂ ਨੇ। ਕਹਿੰਦੇ ਹੁਣ ਟਿਕ ਕੇ ਬਹਿ ਗਏ, ਮੇਰੇ ਤੋਂ ਡਰਨ ਲੱਗ ਪਏ। ਹੁਣ ਭਿਆਨਕ ਕਹਿੰਦੇ ਇਹਨਾਂ ਨੂੰ ਡਰ ਲੱਗਣ ਲੱਗ ਪਿਆ, ਚੁੱਪ ਕਰਕੇ ਬੈਠ ਗਏ। ਜੋਏ ਦੂਤ ਮੋਹੇ ਬਹੁਤ ਸੰਤਾਵਤ ਤੇ ਭਿਆਨਕ ਭਇਆ। ਕਰੇ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸਰਣਿਆ। ਕਹਿੰਦੇ ਓਏ ਪਤੰਦਰਾ, ਮਾਲਕ ਪ੍ਰਗਟ ਹੋ ਗਿਆ ਤੇਰੇ ਅੰਦਰ, ਸਾਨੂੰ ਬਚਾ, ਸਾਨੂੰ ਬਚਾ। ਕਰੇ ਬੇਨਤੀ ਰਾਖ ਠਾਕੁਰ ਤੇ, ਉਸ ਮਾਲਕ ਤੋਂ ਬਚਾ ਸਾਨੂੰ। ਹਮ ਤੇਰੀ ਸ਼ਰਨ ਆ, ਅਸੀਂ ਤੇਰੀ ਸ਼ਰਨ ਦੇ ਵਿੱਚ ਆ ਭਾਈ, ਕਦੀ ਲੋੜ ਪਈ ਤੇ ਸਾਨੂੰ ਯੂਜ਼ ਕਰ ਲਈ। ਕਰੇ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸ਼ਰਨ ਆ। ਜਹ ਭੰਡਾਰ ਗੋਬਿੰਦ ਕਾ ਖੁਲਿਆ, ਜਹ ਪ੍ਰਾਪਤ ਤਿਹ ਲਿਆ।
ਜਿੱਥਿਆ ਭੰਡਾਰਾ ਗੋਬਿੰਦ ਦਾ ਖੁੱਲ੍ਹ ਗਿਆ ਭਾਈ। ਇਹ ਭਗਤੀ, ਇਹ ਧਿਆਨ ਸਿਮਰਨ, ਮੈਡੀਟੇਸ਼ਨ ਜਿਹਦੇ ਅੰਦਰ ਖੁੱਲ੍ਹ ਗਿਆ ਭੰਡਾਰਾ। ਜਿਹ ਪ੍ਰਾਪਤ ਤਿਹ ਲਿਆ, ਜਿਹਨੂੰ ਮਿਲ ਗਿਆ ਉਸੇ ਨੇ ਲੈਣਾ ਹੈ ਭਾਈ, ਉਸੇ ਨੇ ਲੈਣਾ ਹੈ। ਜਿਹੜਾ ਖਾਲੀ ਜਿਹੜਾ ਹੈਗਾ ਵਿਚਾਰ ਹੀ ਕਰਦਾ ਰਹੂਗਾ, ਇਹ ਬਾਣੀ ਨੂੰ ਜਿਹੜਾ ਹੈਗਾ ਖਾਲੀ ਪੜ੍ਹਦਾ ਹੀ ਰਹੂਗਾ, ਬਸ ਇਹ ਜਿਹੜਾ ਹੈਗਾ ਗਿਆਨ ਚਰਚਾ ਹੀ ਕਰਦਾ ਰਹੂਗਾ, ਉਹ ਤਾਂ ਕੱਢ ਜਾਏਗਾ। ਜਿਹੜਾ ਕੱਢ ਕੇ ਜਿਹੜਾ ਦੇਖ ਲਓ ਦੁੱਧ ਕੱਢ ਜਾਂਦਾ ਅਤੇ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਸੜ ਜਾਂਦਾ ਹੈ ਭਾਈ, ਕੌੜਾ ਹੋ ਜਾਂਦਾ ਹੈ, ਲਾਲ ਹੋ ਜਾਂਦਾ ਹੈ। ਜਹ ਭੰਡਾਰ ਗੋਬਿੰਦ ਕਾ ਖੁੱਲਿਆ, ਜਿਹ ਪ੍ਰਾਪਤ ਤਿਹ ਲਿਆ। ਏਕ ਰਤਨ ਮੋਕੋ ਗੁਰੇ ਦੀਨਾ, ਮੇਰਾ ਮਨ ਤਨ ਸੀਤਲ ਥਿਆ। ਆਹ ਰਤਨ ਆ ਭਾਈ ਧਿਆਨ ਸਿਮਰਨ, ਮੇਰੇ ਗੁਰੂ ਨੇ ਮੈਨੂੰ ਦੇ ਦਿੱਤਾ ਔਰ ਇਹਦੇ ਨਾਲ ਮੇਰਾ ਮਨ ਔਰ ਤਨ ਦੋਨੋਂ ਦੇ ਦੋਨੋਂ ਸ਼ਾਂਤ ਹੋ ਗਏ। ਮਨ ਔਰ ਤਨ ਦੋਨੋਂ ਦੇ ਦੋਨੋਂ ਸ਼ਾਂਤ ਹੋ ਗਏ। ਇੱਕ ਰਤਨ ਮੋਕੋ, ਰਤਨ ਕਹਿ ਰਹੇ ਮਹਾਰਾਜ, ਰਤਨ ਜਿਹਨੂੰ ਕਿ ਆਪਾਂ ਲੈਂਦੇ ਹੀ ਨਹੀਂ ਹੈ। ਕੌਡੀ ਦੇ ਬਦਲੇ ਰਤਨ ਨੂੰ ਤਿਆਗ ਦਿੰਦੇ ਆਪਾਂ। ਆਹ ਵਿਚਾਰ ਕੌਡੀ ਹੈਗੇ ਜਿਹੜੇ ਆਪਾਂ ਦੁਨੀਆ ਦੇ ਵਿਚਾਰ ਲੈ ਰਹੇ। ਏਕ ਰਤਨ ਮੋਕੋ ਗੁਰੇ ਦੀਨਾ, ਮੇਰਾ ਮਨ ਤਨ ਸੀਤਲ ਥਿਆ। ਏਕ ਬੂੰਦ ਗੁਰੇ ਅੰਮ੍ਰਿਤ ਦੀਨੋ, ਤਾਂ ਅਟਲ ਅਮਰ ਨਾਮ ਹੁਆ। ਆ ਲਓ ਅੰਮ੍ਰਿਤ ਆ ਗਿਆ। ਜਿੱਥੇ ਵਿਚਾਰ ਬੰਦ ਹੋਏ ਉਸ ਤੋਂ ਬਾਅਦ ਵਿਚਾਰ ਮੰਡਲ ਕ੍ਰਾਸ ਕੀਤਾ ਤੇ ਅੱਗੇ ਅੰਮ੍ਰਿਤ ਆਉਣਾ ਲਾਜ਼ਮੀ ਹੈਗਾ। ਏਕ ਬੂੰਦ ਗੁਰੇ ਅੰਮ੍ਰਿਤ ਦੀਨੋ, ਗੁਰੂ ਨੇ ਦਿੱਤਾ, ਗੁਰੂ ਨੇ ਸਾਰਾ ਕੁਛ, ਇਸ ਗਿਆਨ ਦੇ ਦੁਆਰਾ ਸਾਰਾ ਕੁਛ ਹੋਇਆ। ਏਕ ਬੂੰਦ ਗੁਰੇ ਅੰਮ੍ਰਿਤ ਦੀਨੋ, ਤਾਂ ਅਟਲ ਅਮਰ ਨਾਮ ਹੁਆ। ਅਟਲ ਹੋ ਗਿਆ, ਉਹਦੀ ਪਦੂ ਹਿਲਾ ਨਹੀਂ ਸਕਦਾ ਉਹਨੂੰ ਕੋਈ, ਅਮਰ ਹੋ ਗਿਆ। ਬਸ ਸ੍ਰਿਸ਼ਟੀ ਦੀ ਕੈਦ ਚੋਂ ਬਾਹਰ ਹੋ ਗਿਆ, ਗੇਮ ਚੋਂ ਬਾਹਰ ਹੋ ਗਿਆ। ਪਰਮਾਤਮਾ ਦਾ ਰੂਪ ਪਰਮਾਤਮਾ ਦੇ ਨਾਲ ਮਰਜ ਹੋ ਗਿਆ, ਉਹਦੀ ਕੈਬਨਿਟ ਦੇ ਵਿੱਚ ਆ ਗਿਆ। ਪੰਚ ਪ੍ਰਮਾਣ ਪੰਚ ਪ੍ਰਧਾਨ, ਪੰਚੇ ਭਾਵੇਂ ਦਰੇ, ਪੰਚੇ ਸੋਹੇ ਦਰੇ ਰਾਜਾਨ। ਪੰਚ ਪ੍ਰਮਾਣ ਪੰਚ ਪ੍ਰਧਾਨ ਪੰਚੇ ਭਾਵੇਂ ਦਰ ਗਏ ਮਾਨ, ਪੰਚੇ ਸੋਹੇ ਦਰੇ ਰਾਜਾਨ। ਮਾਲਕ ਦੇ ਦਰ ਤੇ ਸੋਭਣ ਲੱਗ ਪਿਆ। ਪੰਚਾਂ ਕਾ ਗੁਰ ਏਕ ਧਿਆਨ, ਪੰਚਾਂ ਕਾ ਗੁਰ ਏਕ ਧਿਆਨ ਆ ਗਿਆ। ਧਿਆਨ ਵਾਪਸ ਉੱਥੇ ਹੀ। ਏਕ ਬੂੰਦ ਗੁਰੇ ਅੰਮ੍ਰਿਤ ਦੀਨੋ, ਗੁਰੂ ਨੇ ਰਾਰੇ ਦੀ ਸਿਹਾਰੀ, ਗੁਰੂ ਨੇ ਗੁਰੇ ਅੰਮ੍ਰਿਤ ਦੀਨੋ, ਤਾਂ ਅਟਲ ਅਮਰ ਨਾਮ ਹੁਆ। ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ, ਫਿਰ ਲੇਖਾ ਮੂਲ ਨਾ ਲਿਆ। ਆਇਆ ਭਗਤੀ ਦਾ ਭੰਡਾਰ ਪਾਏ। ਇਹ ਧਿਆਨ ਸਿਮਰਨ, ਇਹ ਭਗਤੀ ਦਾ ਭੰਡਾਰ ਆ। ਕਹਿੰਦੇ ਮੇਰੇ ਗੁਰੂ ਨੇ ਮੈਨੂੰ ਦਿੱਤੇ ਆ ਭਾਈ, ਆਹ ਭੰਡਾਰੇ ਦੇ ਦਿੱਤੇ ਮੇਰੇ। ਜਿੰਨੀ ਦੇਰ ਮਰਜੀ, ਜਦ ਮਰਜੀ ਬੈਠ, ਲੈ ਭੰਡਾਰੇ, ਲੈ ਲਈ ਜਾ। ਭੰਡਾਰਾ ਖੋਲਤਾ। ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ, ਫਿਰ ਲੇਖਾ ਮੂਲ ਨਾ ਲਿਆ। ਬਸ ਫਿਰ ਕਹਿੰਦੇ ਲੇਖਾ ਜੋਖਾ ਖਤਮ, ਬਿਲਕੁਲ ਉੱਕਾ ਹੀ, ਜ਼ੀਰੋ ਹੋ ਗਿਆ ਲੇਖਾ। ਹਾਂਜੀ, ਅੱਜ ਦਾ ਜਨ ਨਾਨਕ ਕੋ ਹਰ ਬਖਸ਼ਿਆ, ਹਰ ਭਗਤ ਭੰਡਾਰਾ। ਹਾਂਜੀ ਗੁੱਜਰ ਸਾਹਿਬ ਹੋਰ ਲੈ ਲੈ, ਟਾਈਮ ਹੈਗਾ ਹਲੇ। ਚਲੋ ਜੀ, ਤੁਹਾਡੀ ਗੱਲ ਸਿਰ ਮੱਥੇ ਤੇ। ਸੋਰਠ ਮਹਲਾ ਪੰਜਵਾਂ। ਇਸ ਤੋਂ ਅੱਗੇ ਆ ਸ਼ਬਦ ਲਗਾਇਆ ਮਹਾਰਾਜ ਨੇ, ਇਸ ਤੋਂ ਅੱਗੇ ਆ ਲਗਾਇਆ, ਚਰਨ ਕਮਲ ਸਿਉ ਜਾਂਕਾ ਮਨ ਲੀਨਾ, ਸੇ ਜਨ ਤ੍ਰਿਪਤ ਅਗਾਈ। ਕਹਿੰਦੇ ਹੁਣ ਦੇਖ ਲਓ, ਮਰਜ਼ੀ ਹੈਗੀ ਭਾਈ। ਇਹ ਧਿਆਨ ਸਿਮਰਨ, ਇਹ ਸਮਰਨ, ਇਹ ਜਿਹੜੀ ਧੁਨ, ਇਹ ਕੀ ਹੈ? ਪਰਮੇਸ਼ਰ ਦੇ ਚਰਨ ਹੈਗੇ। ਇਹ ਪਰਮੇਸ਼ਰ ਦੇ ਚਰਨ ਹੈਗੇ ਭਾਈ। ਚਰਨ ਮਿਲ ਗਏ, ਚਰਨ ਦੇ ਨਾਲ ਜੁੜ ਜਾਈਏ ਆਪਾਂ ਤੇ ਮਾਲਕ ਵੀ ਆ ਜਾਊਗਾ। ਚਰਨ ਫੜ ਲਏ ਤੇ ਮਾਲਕ ਕਿੱਧਰ ਚਲੇ ਜਾਊਗਾ ਭਾਈ। ਚਰਨ ਕਮਲ ਸਿਉ ਜਾਂ ਕਾ ਮਨ ਲੀਨਾ, ਸੇ ਜਨ ਤ੍ਰਿਪਤ ਅਗਾਈ। ਕਹਿੰਦੇ ਉਹਨਾਂ ਦੀ ਤ੍ਰਿਪਤੀ ਲਾਜ਼ਮੀ ਹੈ, ਉਹਨਾਂ ਨੇ ਰੱਜ ਜਾਣਾ ਹੈ। ਉਹਨਾਂ ਨੂੰ ਮਾਇਆ ਪਦਾਰਥ, ਆਕਾਰ, ਸੰਸਾਰ, ਰੂਪ ਕੁਛ ਵੀ ਉਹ ਉਹਨਾਂ ਨੂੰ ਵਿਚਲਿਤ ਨਹੀਂ ਕਰ ਸਕਦਾ। ਚਰਨ ਕਮਲ ਸਿਉ ਜਾਂ ਕਾ ਮਨ ਲੀਨਾ, ਸੇ ਜਨ ਤ੍ਰਿਪਤ ਅਗਾਈ। ਗੁਣ ਅਮੋਲ ਜਿਸ ਹਿਰਦੇ ਨਾ ਬਸਿਆ, ਤੇ ਨਰ ਤ੍ਰਿਸ਼ਨ ਤ੍ਰਿਖਾਈ। ਭਾਈ ਆਹ ਗੁਣ ਅਮੋਲਕ ਹੈ ਉਸ ਮਾਲਕ ਪਰਮਾਤਮਾ ਦੇ। ਆਹ ਧਿਆਨ ਸਿਮਰਨ ਸਭ ਤੋਂ ਵੱਡਾ ਗੁਣ ਹੈਗਾ। ਜਿਹਦੇ ਹਿਰਦੇ 'ਚ ਨਹੀਂ ਵਸਿਆ, ਜਿਹਨੇ ਇਹਨੂੰ ਨਹੀਂ ਲਿਆ ਭਾਈ, ਫਿਰ ਉਹ ਤਾਂ ਪਿਆਸਾ ਹੀ ਰਹੂਗਾ ਤੇ ਤ੍ਰਿਖਾਈ ਰਹੂਗਾ।
ਰੱਜੂਗਾ ਨਹੀਂ। ਭੁੱਖਾ ਦਾ ਭੁੱਖਾ ਤੇ ਪਿਆਸਾ ਹੀ ਰਹੂਗਾ ਲਾਜ਼ਮੀ। ਜਿੰਨੀ ਮਰਜ਼ੀ ਮਾਇਆ ਲੈ ਲਓ, ਜਿੰਨੇ ਮਰਜ਼ੀ ਦੁਨੀਆ ਦੇ ਪਦਾਰਥ ਭੋਗ ਲਓ, ਜਿੰਨੇ ਮਰਜ਼ੀ ਜਿਹੜਾ ਹੈਗਾ ਜੋ ਮਰਜ਼ੀ ਕਰ ਲਓ ਭਾਈ, ਭੋਗ ਵਿਲਾਸ ਜਿੰਨਾ ਮਰਜ਼ੀ ਜੋ ਮਰਜ਼ੀ ਕਰ ਲਓ, ਭੁੱਖੇ ਦੇ ਭੁੱਖੇ ਰਵਾਂਗੇ ਆਪਾਂ। ਇਹ ਬਾਣੀ ਜਿਹੜੀ ਹੈਗੀ ਆ ਅਟਲ ਹੈਗੀ ਆ। ਚਰਨ ਕਮਲ ਸਿਉ ਜਾਂ ਕਾ ਮਨ ਲੀਨਾ, ਸੇ ਜਨ ਤ੍ਰਿਪਤ ਅਗਾਈ। ਇੱਕ ਨਹੀਂ ਬਹੁਤ ਸਾਰੇ। ਚਰਨ ਕਮਲ ਸਿਉ ਜਾਂ ਕਾ ਮਨ ਲੀਨਾ, ਸੇ ਜਨ, ਨਹੀਂ ਤਾਂ ਸਾ ਲਿਖ ਦਿੰਦੇ, ਇੱਥੇ ਸੇ ਲਿਖਿਆ। ਜਨ ਦੇ ਨਾਨੇ ਨੂੰ ਔਂਕੜ ਨਹੀਂ ਹੈ, ਜਨ ਔਂਕੜ ਲੱਗ ਜਾਂਦੀ, ਇੱਕ ਪਾਰਟੀਕੂਲਰ ਜਨ ਦੀ ਹੋ ਜਾਂਦੀ। ਚਰਨ ਕਮਲ ਸਿਉ ਜਾਂ ਕਾ ਮਨ ਲੀਨਾ, ਸੇ ਜਨ ਤ੍ਰਿਪਤ ਅਗਾਈ। ਗੁਣ ਅਮੋਲ ਜਿਸ ਹਿਰਦੇ ਨਾ ਵਸਿਆ, ਤੇ ਨਰ ਤ੍ਰਿਸ਼ਨ ਤ੍ਰਿਖਾਈ। ਹਰ ਆਰਾਧੇ ਅਰੋਗ ਆਨੰਦ ਆਈ। ਕਹਿੰਦੇ ਮਾਲਕ ਨੂੰ ਯਾਦ ਕਰਨਾ, ਆਰਾਧਨਾ ਕਹਿੰਦੇ ਆ ਸਮਰਨ ਕਰਨਾ। ਸਮਰਨ ਕਰਨਾ ਇਸ ਤੋਂ ਅੱਗੇ ਧਿਆਨ ਹੈਗਾ। ਸਮਰਨ ਕਰਾਂਗੇ ਤੇ ਧਿਆਨ ਲੱਗੂਗਾ। ਕਿਸੇ ਨੂੰ ਯਾਦ ਕਰਦੇ ਆ ਤੇ ਧਿਆਨ ਉਹਦੇ ਵਿੱਚ ਲੱਗ ਜਾਂਦਾ ਕਿ ਨਹੀਂ ਲੱਗ ਜਾਂਦਾ। ਦੁਨਿਆਵੀ ਐਗਜ਼ਾਮਪਲ ਲੈ ਲਓ, ਕੋਈ ਕਿਸੇ ਨੂੰ ਲਾਈਕ ਕਰਦਾ ਹੈ ਤੇ ਉਹਨੂੰ ਯਾਦ ਕਰ ਸਮਰਨ ਕਰਦਾ ਹੈ ਤੇ ਉਹਦੇ ਵੱਲ ਧਿਆਨ ਲੱਗ ਜਾਂਦਾ ਹੈ। ਬਾਕੀ ਸਾਰਾ ਕੁਝ ਜਿਹੜਾ ਗਾਇਬ ਹੋ ਜਾਂਦਾ ਹੈ। ਦੋਸਤ ਆ ਕੇ ਪੁੱਛਦੇ ਆ ਵੀ ਬੱਤੀ ਵੀ ਨਹੀਂ ਜਗਾਈ, ਹਨੇਰੇ 'ਚ ਹੀ ਬੈਠਾ ਹੋਇਆ ਭਾਈ, ਕਾਹਦੇ ਵਾਸਤੇ? ਆਇਆ ਭਾਈ ਧਿਆਨ, ਬਿਲਕੁਲ ਲਾਜਿਕ ਹੈ। ਧਿਆਨ ਦਾ ਮਤਲਬ ਹੈ ਤੇਰਾ ਧਿਆਨ ਕਿੱਧਰ ਹੈ, ਕਿੱਧਰ ਨੂੰ ਦੇਖ ਰਿਹਾ ਭਾਈ, ਕੀ ਸੋਚ ਰਿਹਾ ਤੂੰ? ਇਹ ਧਿਆਨ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈ ਭਾਈ। ਹਰ ਆਰਾਧੇ ਅਰੋਗ ਆਨੰਦ ਆਈ, ਜਿਸਨੋਂ ਵਿਸਰੇ ਮੇਰਾ ਰਾਮ ਸਨੇਹੀ, ਤਿਸ ਲਾਖ ਬੇਦਨ ਜਾਣੇ ਆਈ ਰਹਾਓ। ਦੇਖ ਲਓ ਭਾਈ, ਨਹੀਂ ਆਪਾਂ ਨਹੀਂ ਧਿਆਨ ਕਰਾਂਗੇ, ਮਾਲਕ ਨੂੰ ਵਿਸਾਰ ਦੇਵਾਂਗੇ ਤੇ ਕਹਿੰਦੇ ਫਿਰ ਤਾਂ ਲੱਖਾਂ ਹੀ ਜਿਹੜੀਆਂ ਹੈਗੀਆਂ ਤਕਲੀਫ, ਵੇਦਨ ਕਹਿੰਦੇ ਆ ਦਰਦ, ਤਕਲੀਫ, ਦੁੱਖ, ਲੱਖਾਂ ਹੀ ਦੁੱਖ ਜਨਰੇਟ ਹੋ ਜਾਣਗੇ। ਮਾਇਆ ਨੇ ਜਨਰੇਟ ਕਰ ਦੇਣੇ। ਮਾਇਆ ਮਿੱਠੀ ਲੱਗਦੀ ਆ ਪਰ ਦੁੱਖ ਜਨਰੇਟ ਕਰ ਦਿੰਦੀ ਹੈ। ਹਰ ਆਰਾਧੇ ਅਰੋਗ ਆਨੰਦ ਆਈ, ਜਿਸਨੋਂ ਵਿਸਰੈ ਮੇਰਾ ਰਾਮ ਸਨੇਹੀ, ਤਿਸ ਲਾਖ ਵੇਦਨ ਜਾਣੇ ਆਈ। ਜਣ ਦਾ ਮਤਲਬ ਕੀ ਹੈ ਵੀ ਜਣ ਦਿੱਤਾ, ਪੈਦਾ ਕਰ ਦਿੱਤਾ। ਜਣੇਪਾ ਨਹੀਂ ਕਹਿੰਦੇ ਆਪਾਂ, ਔਰਤ ਦਾ ਜਿਹੜਾ ਹੈਗਾ ਬੱਚਾ ਪੈਦਾ ਕਰ ਦਿੰਦਾ ਜਿਹੜਾ ਹੈਗਾ ਉਹਨੂੰ ਜਣੇਪਾ ਕਹਿੰਦੇ। ਜਿਸਨੋਂ ਵਿਸਰੈ ਮੇਰਾ ਰਾਮ ਸਨੇਹੀ, ਤਿਸ ਲਾਖ ਵੇਦਨ ਜਾਣੇ ਆਈ ਰਹਾਓ। ਜਹ ਜਨ ਓਟ ਗਹੀ ਪ੍ਰਭ ਤੇਰੀ, ਸੇ ਸੁਖੀਏ ਪ੍ਰਭ ਸਰਣੇ। ਜਿਨ੍ਹਾਂ ਨੇ ਵੀ ਤੇਰੀ ਓਟ ਲੈ ਲਈ। ਮਾਲਕ ਦੀ ਓਟ ਲੈਣੀ ਕੀ ਹੈ? ਮਾਲਕ ਦੀ ਓਟ ਜੋ ਗੁਰੂ ਕਹਿ ਰਿਹਾ ਆ ਓਟ ਦੇ ਰਿਹਾ। ਮਾਲਕ ਪਰਮਾਤਮਾ ਤਾਂ ਜਿਹੜਾ ਰੂਪ ਨਾ ਰੇਖ ਨਾ ਰੰਗ, ਕਿਸ ਤ੍ਰੈ ਗੁਣ ਤੇ ਪ੍ਰਭ ਭਿੰਨ। ਜਿਸੇ ਬੁਝਾਏ ਨਾਨਕ ਤਿਸੇ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਉਹਦੀ ਓਟ ਕਿਵੇਂ ਲੈਣੀ ਹੈ? ਬੁਝਾਈ ਕਰਦਾ ਹੈ। ਆ ਗੁਰੂ ਦੱਸ ਰਹੇ ਮਾਲਕ ਦੀ ਓਟ ਕਿਵੇਂ ਲੈਣੀ ਹੈ। ਉਹਦੀ ਓਟ ਲੈਣੀ ਹੈ ਉਹਦਾ ਧਿਆਨ ਕਰਕੇ। ਜਹ ਜਨ ਓਟ ਗਹੀ ਪ੍ਰਭ ਤੇਰੀ, ਸੇ ਸੁਖੀਏ ਪ੍ਰਭ ਸਰਣੇ। ਗੱਲ ਉੱਥੇ ਹੀ ਨਿਬੜਨੀ ਆ ਬਸ। ਜੋ ਮਰਜ਼ੀ ਕਰ ਲਓ ਬਸ। ਐਕਸ਼ਨ ਉਹੀ ਦੀ ਉਹੀ ਹੈ। ਉਹ ਐਕਸ਼ਨ ਨਹੀਂ ਬਦਲੇਗੀ ਗੁਰਬਾਣੀ ਦੇ ਵਿੱਚ। ਇਹ ਪੂਰਾ ਜਿਹੜਾ ਪਰਮਾਤਮਾ ਨੂੰ ਮਿਲਣ ਦਾ ਰਸਤਾ ਆਪਣੇ ਅੰਦਰ ਹੀ ਵੜਨਾ, ਵਿਚਾਰ ਬੰਦ ਕਰਨੇ। ਇਸ ਤੋਂ ਇਲਾਵਾ ਕੋਈ ਹੋਰ ਚਾਰਾ ਹੀ ਨਹੀਂ ਹੈ। ਜਿੱਥੇ ਮਰਜ਼ੀ ਚਲੇ ਜਾਓ ਭਾਈ, ਚਾਹੇ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਸਾਰੇ। ਇਸ ਤੋਂ ਬਾਅਦ ਜਿਹੜਾ ਹੈਗਾ ਵਿਚਾਰ ਮੰਡਲ, ਉਹਨਾਂ ਨੂੰ ਕ੍ਰਾਸ ਕਰਨਾ ਹੀ ਪਏਗਾ। ਹੋਰ ਕੋਈ ਚਾਰਾ ਨਹੀਂ ਹੈਗਾ। ਔਰ ਮਨੁੱਖੀ ਜੂਨ ਦੇ ਵਿੱਚ ਹੀ ਇਹ ਪੋਸੀਬਲ ਹੈਗਾ। ਦੇਵਤੇ ਵੀ ਤਰਸਦੇ ਆ ਇਸ ਮਨੁੱਖੀ ਸਰੀਰ ਦੇ ਵਾਸਤੇ। ਔਰ ਬਾਕੀ 84 ਲੱਖ ਜੂਨਾਂ ਜਿਹੜੀਆਂ ਨਜ਼ਰ ਆ ਰਹੀਆਂ ਆ ਇਹ ਧਰਤੀ ਤੇ, ਪਾਣੀ ਦੇ ਵਿੱਚ ਤੇ ਆਕਾਸ਼ ਦੇ ਵਿੱਚ, ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਹੈਗੀਆਂ ਇਹ ਭੋਗੀ ਜੂਨਾਂ ਹੈਗੀਆਂ। ਇਹਨਾਂ ਨੂੰ ਚਾਂਸ ਮਿਲਿਆ ਸੀਗਾ, ਇਹਨਾਂ ਨੇ ਚਾਂਸ ਗਵਾ ਦਿੱਤਾ ਆਪਣਾ। ਔਰ ਜਿਸ ਲੈਵਲ ਤੱਕ ਨੈਗੇਟਿਵ ਗਏ ਆ, ਜਿਸ ਲੈਵਲ ਤੱਕ ਇਹਨਾਂ ਨੇ ਅਵਗੁਣ ਕੀਤੇ ਆ, ਉਹ ਫਿਰ ਇਹਨਾਂ ਨੂੰ ਭੋਗ ਕੇ ਫਿਰ ਦੁਬਾਰਾ ਚਾਂਸ ਮਿਲੇਗਾ। ਜੇ ਹਾਲੇ ਆਪਣਾ ਨਹੀਂ ਇੱਛਾ ਹੈਗੀ, ਹਾਲੇ ਆਪਾਂ ਨਹੀਂ ਜਿਹੜੇ ਹੈਗੇ ਨਿਕਲਣਾ ਚਾਹੁੰਦੇ, ਤੇ ਨੋ ਪ੍ਰੋਬਲਮ। ਮਹਾਰਾਜ ਕਹਿੰਦੇ ਉਹ ਵੀ ਮੇਰੀ ਖੇਡ ਚੱਲ ਰਹੀ ਹੈ ਤੇ ਇੰਜੋਏ, ਬੈਸਟ ਆਫ ਲੱਕ। ਜਹ ਜਨ ਓਟ ਗਹੀ ਪ੍ਰਭ ਤੇਰੀ, ਸੇ ਸੁਖੀਏ ਪ੍ਰਭ ਸਰਣੇ। ਉਹ ਪਰਮਾਤਮਾ ਦੀ ਸ਼ਰਨ ਦੇ ਵਿੱਚ ਕਿਵੇਂ ਜਾਣਾ ਹੈ ਆਪਾਂ ਨੇ ਦੱਸ ਦਿੱਤਾ। ਉਹ ਸੁਖੀ ਹੋ ਜਾਣਗੇ। ਜੇ ਨਰ ਵਿਸਰਿਆ ਪੁਰਖ ਵਿਦਾਤਾ, ਤੇ ਦੁਖੀਆਂ ਮੈਂ ਗਣਨੇ। ਜਿਨ੍ਹਾਂ ਨੇ ਮਾਲਕ ਨੂੰ ਵਿਸਾਰ ਦਿੱਤਾ, ਉਸ ਪੁਰਖ ਵਿਧੀ ਰਚਣ ਵਾਲੇ ਮਾਲਕ ਪਰਮਾਤਮਾ ਨੂੰ,
ਕਹਿੰਦੇ ਉਹ ਤਾਂ ਭਾਈ ਦੁਖੀਆਂ ਦੇ ਵਿੱਚ ਗਿਣੇ ਜਾਣਗੇ। ਉਹ ਦੁਖੀ ਹੋਣਗੇ, ਲਾਜ਼ਮੀ ਦੁਖੀ ਹੋਣਗੇ। ਉਹ ਮਾਇਆ ਜੇਵੜ ਦੁੱਖ ਨਾ ਕੋਈ, ਜੇ ਗੁਰ ਮਾਨ ਪ੍ਰਭੂ ਲਿਵ ਲਾਈ ਤੇ ਮਹਾ ਆਨੰਦ ਰਸ ਕਰਿਆ। ਦੇਖ ਲਓ, ਕੋਈ ਵੀ ਜਿਹੜੀ ਹੈਗੀ ਬਾਣੀ ਦੀ ਕੋਈ ਵੀ ਤੁਕ ਜਿਹੜੀ ਹੈ ਧਿਆਨ ਸਿਮਰਨ ਤੋਂ ਇਲਾਵਾ ਕੋਈ ਗੱਲ ਕਰਦੀ ਹੋਏ ਤੇ ਦੱਸ ਦਿਓ। 1430 ਅੰਗ ਜਿਹੜੇ ਹੈਗੇ ਆਹੀ ਇੱਕੋ ਹੀ ਗੱਲ ਕਰਦੇ ਆ। ਔਰ ਕੈਸੀ ਵੈਰਾਈਟੀ ਹੈਗੀ ਔਰ ਕੈਸੀ ਬਾਣੀ ਹੈਗੀ, ਜਿਹਨੂੰ ਜਿੰਨੀ ਵਾਰੀ ਮਰਜ਼ੀ ਪੜ੍ਹ ਲਓ, ਜਿੰਨੀ ਵਾਰੀ ਮਰਜ਼ੀ ਗਾ ਲਓ, ਔਰ ਉਹ ਆਨੰਦ ਦਿੰਦੀ। ਜਦ ਬਾਣੀ ਦੇ ਵਿੱਚ ਇੰਨਾ ਆਨੰਦ ਪਿਆ ਆ, ਤੇ ਜੋ ਬਾਣੀ ਕਹਿ ਰਹੀ ਹੈ ਉਹ ਐਕਸ਼ਨ ਦੇ ਵਿੱਚ ਕਿੰਨਾ ਕੁ ਆਨੰਦ ਹੋਏਗਾ। ਜੇ ਗੁਰਮਾਨ ਪ੍ਰਭੂ ਲਿਵ ਲਾਈ ਤੇ ਮਹਾ ਆਨੰਦ ਰਸ ਕਰਿਆ। ਕਹਿੰਦੇ ਉਹਦੇ ਅੰਦਰ ਤਾਂ ਮਹਾ ਆਨੰਦ ਆ ਜਾਏਗਾ। ਜਿਹਨੂੰ ਆਨੰਦ ਕਹਿੰਦੇ ਆਹ ਆਨੰਦ ਹੈ, ਮਹਾ ਆਨੰਦ, ਆਨੰਦਾਂ ਦਾ ਆਨੰਦ। ਬਸ ਇਸ ਤੋਂ ਉੱਪਰ ਕੋਈ ਆਨੰਦ ਨਹੀਂ, ਇਸ ਤੋਂ ਉੱਪਰ ਪਰਮਾਤਮਾ। ਜੇ ਗੁਰਮਾਨ ਪ੍ਰਭੂ ਲਿਵ ਲਾਈ ਤੇ ਮਹਾ ਆਨੰਦ ਰਸ ਕਰਿਆ। ਜੇ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ ਤੇ ਨਰਕ ਕੋਰ ਮੈਂ ਖਰਿਆ ਪਰਿਆ। ਦੇਖ ਲਓ ਭਾਈ, ਪਰਮਾਤਮਾ ਨੂੰ ਭੁਲਾ ਕੇ ਜਿਹਨੇ ਗੁਰੂ ਤੋਂ ਬੇਮੁਖਾਈ ਕਰਤੀ, ਗੁਰੂ ਦੀ ਗੱਲ ਨਹੀਂ ਮੰਨੀ, ਗੁਰਮੁਖ ਸਿਸਟਮ ਦੇ ਵਿੱਚ ਨਹੀਂ ਆਇਆ, ਜੋ ਗੁਰੂ ਦੇ ਮੁਖ ਤੋਂ ਗਿਆਨ ਆ ਰਿਹਾ ਉਹ ਨਹੀਂ ਲਿਆ ਤੇ ਮਨ ਦੇ ਪਿੱਛੇ ਚੱਲਿਆ, ਤੇ ਫਿਰ ਭਾਈ ਕਹਿੰਦੇ ਨਰਕ ਘੋਰ ਦੇ ਵਿੱਚ ਪੜੇਗਾ। ਨਰਕ ਘੋਰਾ 84 ਲੱਖ ਜੂਨਾ ਹੈ ਭਾਈ, ਇਹਦੇ ਵਿੱਚ ਹੀ ਰਹੇਗਾ, ਇਸ ਚੋਂ ਬਾਹਰ ਨਹੀਂ ਨਿਕਲ ਪਾਏਗਾ। ਜੇ ਗੁਰਮਾਨ ਪ੍ਰਭੂ ਲਿਵ ਲਾਈ ਤੇ ਮਹਾ ਆਨੰਦ ਰਸ ਕਰਿਆ। ਜੇ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮੈਂ ਪਰਿਆ। ਹੁਣ ਸਮਦ੍ਰਿਸ਼ਟੀ ਹੋ ਗਿਆ ਇਸ ਤੋਂ ਅੱਗੇ ਮਹਾਰਾਜ, ਕਿਉਂਕਿ ਦੋਨੋਂ ਪਾਸੇ ਜਿਹੜੇ ਹੈਗੇ ਜੀਵ ਜਿਹੜੇ ਹੈਗੇ ਉਸੇ ਮਾਲਕ ਦਾ ਅੰਸ਼ ਹੈ, ਉਸੇ ਮਾਲਕ ਦੇ ਹੈਗੇ ਆ। ਦੋਨੋਂ ਪਾਸੇ ਜਿਹੜੇ ਮਨਮੁਖ ਹੈਗੇ ਸਿਸਟਮ ਦੇ ਵਿੱਚ, ਮਨ ਦੇ ਪਿੱਛੇ ਚੱਲ ਰਹੇ, ਜਿਨ੍ਹਾਂ ਨੇ ਡਰਾਈਵਿੰਗ ਸੀਟ 'ਚ ਮਨ ਨੂੰ ਬਿਠਾਇਆ ਜੀਵਨ ਦੀ, ਤੇ ਜਿਹੜੇ ਗੁਰਮੁਖ ਹੈਗੇ ਜਿਹੜੇ ਗੁਰੂ ਦੇ ਅਨੁਸਾਰ ਧਿਆਨ ਸਿਮਰਨ ਕਰਦੇ ਆ, ਦੋਨੋਂ ਦੇ ਦੋਨੋਂ ਉਸੇ ਮਾਲਕ ਪਰਮਾਤਮਾ ਦੇ ਭਾਈ ਹੈਗੇ। ਭਾਈ ਇੱਕੋ ਮਾਲਕ ਦੇ ਜਾਏ ਹੈਗੇ, ਇੱਕੋ ਮਾਂ ਪਿਓ ਦੇ ਜਾਏ ਹੈਗੇ। ਬਹੁਤ ਕੀਮਤੀ ਨੁਕਤਾ ਹੈ ਜੀ। ਇੱਕੋ ਮਾਂ ਪਿਓ ਦੇ ਜਾਏ ਹੈਗੇ, ਇੱਕੋ ਮਾਲਕ ਦੇ ਜਾਏ ਹੈਗੇ। ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੋ ਹੀ ਵਰਤਾਰਾ। ਬਸ 2 ਆਪਸ਼ਨ ਦਿੱਤੇ ਆ ਮਾਲਕ ਨੇ, ਜਿਹੜਾ ਮਰਜੀ ਸੱਜਾ ਖੱਬਾ, ਜਿਹੜਾ ਮਰਜੀ ਪੈਰ, ਚਾਹੇ ਰੱਬ ਵਾਲੇ ਪਾਸੇ ਨੂੰ ਚੱਲੀਏ ਚਾਹੇ ਮਾਇਆ ਵੱਲ ਨੂੰ ਚੱਲੀਏ, ਕੋਈ ਰੋਕਣ ਵਾਲਾ ਨਹੀਂ ਹੈ। ਬਸ ਆ ਮਾਲਕ ਨੇ 2 ਜਗ੍ਹਾ ਤੇ ਲਾਇਆ, ਤੀਸਰੀ ਜਗ੍ਹਾ ਹਾਲੇ ਬਣਾਈ ਨਹੀਂ ਆ। ਜੇ ਬਣਾਊਗਾ ਤੇ ਤੀਸਰੀ ਜਗ੍ਹਾ ਤੇ ਲੱਗ ਜਾਵਾਂਗੇ। ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੋ ਹੀ ਵਰਤਾਰਾ। ਉਹੇ ਜਿਹਾ ਵਰਤਾਰਾ ਆ, ਉਹੇ ਜੀ ਫੈਸਿਲਿਟੀ ਹੈ, ਉਹੇ ਜਿਹੇ ਜਿਹੜੇ ਹੈਗੇ ਦੁਨੀਆ ਉਹੀ ਜੀ ਬਣਾਈ ਹੋਈ ਹੈ ਮਾਲਕ ਪਰਮਾਤਮਾ ਨੇ। ਨਾਨਕ ਸ਼ਹਿ ਪਕੜੀ ਸੰਤਨ ਕੀ, ਹਿਰਦੈ ਭਏ ਮਗਨ ਚਰਨਾਰਾ। ਕਹਿੰਦੇ ਮੈਂ ਤਾਂ ਸੰਤਾਂ ਦੀ ਜਿਹੜੀ ਹੈਗੀ ਪੈਰ ਫੜ ਲਏ, ਸੰਤਾਂ ਦੇ ਜਿਹੜੇ ਹੈਗੇ ਪੱਲਾ ਫੜ ਲਿਆ। ਨਾਨਕ ਸਹਿ ਪਕੜੀ ਸੰਤਨ ਕੀ। ਸੰਤ ਕੌਣ? ਬ੍ਰਹਮ ਗਿਆਨੀ। ਨਾਨਕ ਸਹਿ ਪਕੜੀ ਸੰਤਨ ਕੀ, ਸਹਾਰਾ ਲੈ ਲਿਆ ਸੰਤਾਂ ਦਾ। ਹਿਰਦੈ ਭਏ ਮਗਨ ਚਰਨਾਰਾ। ਮੇਰੇ ਅੰਦਰ ਅਲਟੀਮੇਟਲੀ ਜਿਹੜਾ ਹੈਗਾ ਵਿਚਾਰ ਹੌਲੀ ਹੌਲੀ ਬੰਦ ਹੋ ਕੇ ਧੁਨ ਆ ਗਈ, ਪਰਮਾਤਮਾ ਦੇ ਚਰਨ ਮੈਨੂੰ ਮਿਲ ਗਏ ਫੜਨ ਦੇ ਵਿੱਚ। ਹਿਰਦੈ ਮਗਨ ਭਏ ਮਗਨ ਚਰਨਾਰਾ। ਮੇਰੇ ਹਿਰਦੇ 'ਚ ਚਰਨ ਫੜਾਈ 'ਚ ਆ ਗਏ ਔਰ ਮੇਰਾ ਜਿਹੜਾ ਹੈਗਾ ਧਿਆਨ ਲੱਗ ਗਿਆ, ਮੇਰੇ ਵਿਚਾਰ ਬੰਦ ਹੋ ਗਏ। ਆਹੀ ਭਗਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ। ਜਿੱਥੋਂ ਲਾਇਆ ਹਾਂਜੀ ਨਿੱਜਰ ਸਾਹਿਬ, ਹਾਂਜੀ ਇੱਥੇ ਲਿਖਿਆ ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੋ ਹੀ ਵਰਤਾਰਾ। ਇੱਕ ਹੋਰ ਸ਼ਬਦ ਆ ਉਹਦੇ ਵਿੱਚ ਲਿਖਿਆ ਜਿਸ ਕੋ ਲਾਇਆ ਤਿਤ ਹੀ ਲਾਗਾ, ਤੈਸੇ ਕਰਮ ਕਮਾਵਾ। ਕਹੋ ਕਬੀਰ ਨੇ ਸਤਿਗੁਰ ਭੇਟੇ ਪੁਨ ਰਪ ਜਮਨਾ ਆਵਾ। ਹਾਂਜੀ ਵੀਰ ਜੀ, ਇਹਦੇ ਵਿੱਚ ਜਿਹੜਾ ਨਾ ਤੁਸੀਂ ਬਹੁਤ ਵਧੀਆ ਜਿਹੜਾ ਇੱਕ ਮਿੰਟ ਮਾਈਕ ਬੰਦ ਕਰ ਦਿਓ, ਤੁਹਾਡਾ ਬੱਚੇ ਬੋਲਦੇ ਪਿੱਛੇ, ਫਿਰ ਆਪਾਂ ਇਹਦੀ ਵਿਚਾਰ ਕਰ ਲੈਂਦੇ। ਇਹ ਜਿਹੜਾ ਹੈ ਨਾ ਬਹੁਤ ਵਧੀਆ ਜਿਹੜੀ ਗੱਲ ਤੁਸੀਂ ਮਾਲਕ ਦੇਖੋ ਆਖਰੀ ਦੇ ਇੱਕਦਮ ਬਹੁਤ ਵੱਡਾ ਜਿਹੜਾ ਹੈਗਾ ਆਪਾਂ ਨੂੰ ਸੇਧ ਦੇਣਾ ਚਾਹੁੰਦੇ ਆ।
ਕਹਿੰਦੇ ਲੋਕਾਂ ਨੇ ਇਹ ਸਮਝ ਲੈਣਾ ਆ ਬਈ ਇਹ ਅੱਖਰਾਂ ਦਾ ਇਹ ਅਰਥ ਕੱਢ ਲੈਣਾ ਹੈ ਵੀ ਜਿੱਧਰ ਲਾਇਆ ਆ ਮਾਲਕ ਨੇ ਲਾਇਆ ਹੋਇਆ, ਜਿਤ ਕੋ ਲਾਇਆ ਤਿਥੀ ਹੀ ਲਾਗਾ ਤੈਸੋ ਹੀ ਵਰਤਾਰਾ। ਕਹਿੰਦੇ ਹਾਲੇ ਤਾਂ ਸਾਨੂੰ ਜਿਹੜਾ ਖਾਣ ਪੀਣ ਦੇ ਵਿੱਚ ਜਿਹੜਾ ਹੈਗਾ ਦਾਰੂ ਦੂਰੂ ਪੀਣ 'ਚ ਲਾਇਆ ਹੋਇਆ, ਜਦੋਂ ਭਗਤੀ 'ਚ ਲਾਊਗਾ ਤੇ ਉੱਧਰ ਅਸੀਂ ਵੀ ਲੱਗ ਜਾਵਾਂਗੇ। ਦੇਖੋ ਤਾਂ ਲਿਖਿਆ ਅੱਖਰ ਤਾਂ ਦੇਖੋ, ਤੁਸੀਂ ਪੜ੍ਹੋ ਤਾਂ ਸਹੀ ਨਾ, ਜਿਤ ਕੋ ਲਾਇਆ ਤਿਥੀ ਹੀ ਲਾਗਾ ਤੈਸੋ ਹੀ ਵਰਤਾਰਾ। ਬਸ ਇਹਦੇ ਆਹ ਅਰਥ ਕੱਢ ਲੈਣੇ ਉਹਨਾਂ ਨੇ ਭਾਈ। ਫਿਰ ਮਾਲਕ ਨੇ ਲਾਇਆ ਹੋਇਆ ਤੇ ਫਿਰ ਤੁਸੀਂ ਜਿਹੜਾ ਹੈਗਾ ਬਾਹਰ ਕੰਮ ਕਰਨ ਕਿਉਂ ਜਾਂਦੇ ਹੋ, ਵੀ ਪੈਸੇ ਕਿਉਂ ਕਮਾਉਂਦੇ ਹੋ, ਫਿਰ ਜਿਹੜਾ ਹੈਗਾ ਰੋਟੀ ਚੁੱਕ ਕੇ ਮੂੰਹ 'ਚ ਕਿਉਂ ਪਾਉਂਦੇ ਹੋ, ਫਿਰ ਮਾਲਕ ਹੀ ਪਾਏ ਨਾ ਰੋਟੀ ਆਪਣੇ ਆਪ। ਜਿਤ ਕੋ ਲਾਇਆ ਤਿਥੀ ਲਾਗਾ ਤੈਸੋ ਹੀ ਵਰਤਾਰਾ, ਨਾਨਕ ਸਾਹਿਬ ਪਕਰੀ ਸੰਤਨ ਕੀ ਹਿਰਦੈ ਪਹੇ ਮਗਨ ਚਰਨਾਰਾ। ਮਾਲਕ ਨੇ ਤਾਂ ਦੋ ਰਸਤੇ ਬਣਾ ਦਿੱਤੇ ਆ, ਜਿੱਧਰ ਬਸ ਦੋਨੋਂ ਰਸਤੇ ਤੇ ਲਾਏ ਆ, ਜਿੱਧਰ ਕੋਈ ਲੱਗਿਆ ਹੋਇਆ ਮਾਲਕ ਨੇ ਲਾਇਆ। ਤਾਂ ਮਾਲਕ ਨਹੀਂ ਆ, ਗੇਮ ਤਾਂ ਮਾਲਕ ਨਹੀਂ ਬਣਾਈ ਆ, ਰਸਤੇ ਤਾਂ ਮਾਲਕ ਨਹੀਂ ਬਣਾਏ ਹੋਏ ਆ। ਬਸ ਆਹ ਬਾਣੀ ਕਹਿ ਰਹੀ ਹੈ ਭਾਈ। ਕਹਿੰਦੇ ਮੈਂ ਤਾਂ ਸੰਤਾਂ ਦੀ ਸ਼ਹਿ ਪਕੜ ਲਈ, ਮੈਂ ਜਿਹੜਾ ਹੈਗਾ ਆਹ ਰਸਤਾ ਚੂਜ਼ ਕਰ ਲਿਆ। ਨਾਨਕ ਸ਼ਹਿ ਪਕੜੀ ਸੰਤਨ ਕੀ ਹਿਰਦੈ ਭਏ ਮਗਨ ਚਰਨਾਰਾ। ਫਿਰ ਮਹਾਰਾਜ ਕਿਉਂ ਲਿਖਦੇ ਆ ਕਿ ਬਈ ਮੈਂ ਤਾਂ ਆਹ ਸ਼ਹਿ ਪਕੜ ਲਈ, ਮੈਂ ਤਾਂ ਸੰਤਾਂ ਵਾਲੇ ਗੁਰੂ ਵਾਲੇ ਇਹ ਧਿਆਨ ਸਿਮਰਨ ਵਾਲੇ ਰਸਤੇ ਨੂੰ ਚੂਜ਼ ਕਰ ਲਿਆ। ਅਗਲੀ ਲਾਈਨ 'ਚ ਕਿਉਂ ਲਿਖ ਰਹੇ ਆ ਮਹਾਰਾਜ, ਨਾਨਕ ਸ਼ਹਿ ਪਕੜੀ ਸੰਤਨ ਕੀ ਹਿਰਦੈ ਭਏ ਮਗਨ ਚਰਨਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ ਹਾਂਜੀ, ਮੈਂ ਕਿਹਾ ਇੱਕ ਇਹ ਜਿਤ ਕੋ ਲਾਇਆ ਤਿਥੀ ਲਾਗਾ ਤੈਸਾ ਹੀ ਵਰਤਾਰਾ। ਮਤਲਬ ਜਿਹੜੇ ਬੰਦੇ ਦੇ ਅੰਦਰ ਸੰਸਕਾਰ ਆ, ਜਿਹੜਾ ਉਹ ਕਰਮ ਕਰਕੇ ਆਉਂਦਾ ਉਹਦੇ ਸੰਸਕਾਰ ਬਣ ਜਾਂਦੇ ਆ, ਔਰ ਉਹਦੇ ਹਿਸਾਬ ਨਾਲ ਹੀ ਉਹਦੀ ਜਰਨੀ ਆ। ਮਤਲਬ ਚਾਹੁੰਦੇ ਤਾਂ ਸਾਰੇ ਹੀ ਆ ਇਸ ਦੁਨੀਆ, ਮਤਲਬ ਦੁੱਖ ਕਲੇਸ਼ ਤਾਂ ਕੋਈ ਨਹੀਂ ਚਾਹੁੰਦਾ। ਮਤਲਬ ਕਹਿਣ ਦਾ ਮਤਲਬ ਆ ਕਿ ਉਹ ਮਾਲਕ ਵੀ, ਕਿਉਂਕਿ ਉਹਦੇ ਕਰਮਾਂ ਦੇ ਹਿਸਾਬ ਨਾਲ ਜਿੱਦਾਂ ਦੇ ਉਹਦੇ ਸੰਸਕਾਰ ਆ, ਉਹ ਆਦਮੀ ਭਾਵੇਂ ਜਿੰਨਾ ਮਰਜ਼ੀ ਠੀਕ ਕਰਨਾ ਚਾਹੇ ਆਪਣੇ ਆਪ ਨੂੰ, ਹੁੰਦਾ ਨਹੀਂ। ਆ ਸੰਗਤ ਵੀ ਮਤਲਬ ਜਿਹੜੀ ਆ ਉਹ ਆਮ ਨਹੀਂ ਮਿਲਦੀ, ਉਹ ਰੱਬ ਦੀ ਮਤਲਬ ਕੋਈ ਨਿਗਾਹ ਸਵਰਲੀ ਹੋਵੇ ਤਾਂ ਮਿਲਦੀ ਹੈ, ਕਿਉਂਕਿ ਤੁਹਾਡਾ ਸੰਸਕਾਰ ਜਿਹੜਾ ਉਹ ਬਹੁਤ ਵੱਡਾ ਰੋਲ ਪਲੇ ਕਰਦਾ। ਬਿਲਕੁਲ ਕਰਦਾ ਆ। ਇਹ ਜਿਹੜਾ ਮਨੁੱਖਾ ਜਨਮ ਮਿਲਿਆ ਹੀ ਆਪਾਂ ਨੂੰ ਸੰਸਕਾਰ ਮਿਟਾਉਣ ਵਾਸਤੇ ਹੈਗਾ। ਇਹ ਇਸੇ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਮਾਲਕ ਨੇ ਦਿੱਤਾ ਹੈ। ਬਸ ਮੋਰ ਜਿੱਧਰ ਨੂੰ ਕੋਈ ਲੱਗਣਾ ਚਾਹੁੰਦਾ ਉਧਰ ਨੂੰ ਲਾ ਦਿੰਦਾ ਜੀ। ਉਹ ਤਾਂ ਗੱਲ ਇਹ ਆਪਸ਼ਨ ਤਾਂ ਆਪਣੇ ਕੋਲ ਹੀ ਹੈ। ਹਾਂ, ਅਸੀਂ ਤਾਂ ਕੰਪੈਰੀਜ਼ਨ ਦੇਖਿਆ ਸੀ ਉਹਦਾ ਤੇ ਪਸਾਵਤ ਦਾ, ਤੇ ਇਸ ਪਸਾਵਤ ਦਾ ਕੰਪੈਰੀਜ਼ਨ ਦੇਖਿਆ ਸੀਗਾ ਅਸੀਂ ਤਾਂ। ਉਹ ਤਾਂ ਉੱਥੋਂ ਚੱਲਦਾ ਗੱਲ ਸਾਡੇ ਤੈ ਧੋਤਿਆ 30 ਨਹੀਂ, ਉਹਦਾ ਕੰਟੈਕਸਟ ਹੋਰ ਹੋ ਸਕਦਾ ਨਾ। ਉਹ ਤਾਂ ਕੋਈ ਨਹੀਂ, ਠੀਕ ਹੈ, ਉਹਦਾ ਕੰਟੈਕਸਟ ਦੇਖ ਕੇ ਡਿਟੇਲ ਚ ਪਤਾ ਲੱਗਦਾ ਕੀ ਹੈ। ਹਾਂਜੀ ਹਾਂਜੀ, ਚਲੋ ਜੀ ਕਰੀਏ ਆਪਾਂ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ।